ਸਤਿ ਸ਼੍ਰੀ ਅਕਾਲ ਜੀ ਬੇਟਾ ਸਾਰਿਆਂ ਨੂੰ। ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ, ਪੰਜਾਬ ਸਰਕਾਰ ਜਿਹੜੀ ਹੈ ਉਹ ਬਹੁਤ ਹੀ ਜਲਦ ਪੀਟੈਟ ਦਾ ਐਗਜ਼ਾਮ ਜਿਹੜਾ ਹੈ ਉਹ ਕੰਡਕਟ ਕਰਵਾਉਣ ਜਾ ਰਹੀ ਹੈ। ਔਰ ਤੁਹਾਡੀ ਸਾਰਿਆਂ ਦੀ ਬੜੇ ਲੰਮੇ ਸਮੇਂ ਤੋਂ ਜਿਹੜੀ ਉਹ ਡਿਮਾਂਡ ਆ ਰਹੀ ਸੀਗੀ ਇਹਨਾਂ ਦੀ ਕਲਾਸਿਸ ਦੀ, ਬਟ ਕਾਫੀ ਜ਼ਿਆਦਾ ਸ਼ਡਿਊਲ ਬਿਜ਼ੀ ਹੋਣ ਕਾਰਨ ਬੇਟਾ ਇਹਨੂੰ ਕੰਮ ਜਿਹੜਾ ਸੀ ਤੁਹਾਡੀਆਂ ਕਲਾਸਾਂ ਡਿਲੇ ਹੋ ਗਈਆਂ ਕਾਫੀ ਜ਼ਿਆਦਾ। ਜਿਸ ਤਰ੍ਹਾਂ ਹਾਲਾਤ ਚੱਲ ਰਹੇ ਨੇ, ਆਪਾਂ ਸਾਰੇ ਜਾਣਦੇ ਹਾਂ ਕਿ ਇਸ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਹੈ ਉਹ ਕੋਚਿੰਗ ਇੰਸਟੀਟਿਊਸ਼ਨ ਦੇ ਵਿੱਚ ਜਾ ਕੇ ਪੜ੍ਹਨਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਡਿਫਿਕਲਟ ਹੋਇਆ ਪਿਆ ਹੈ। ਸੋ ਤੁਹਾਡੀ ਡਿਮਾਂਡ ਨੂੰ ਔਰ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੀ ਟੀਮ ਦੇ ਵੱਲੋਂ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ YouTube ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਜਿਹੜੀ ਹੈ ਉਹ ਪ੍ਰੋਪਰ ਔਰ ਸਹੀ ਐਜੂਕੇਸ਼ਨ ਜਿਹੜੀ ਉਹ ਪ੍ਰੋਵਾਈਡ ਕਰਵਾ ਸਕੀਏ। ਸੋ ਬੇਟੇ ਦੇਖੋ, ਇਸ ਆਪਣੇ ਟੌਪਿਕ ਦੀਆਂ ਟੋਟਲ ਜਿਹੜੀ ਤੁਹਾਡੀ CDP ਹੈ ਇਸ ਦੀਆਂ ਕੋਈ 25 ਕਲਾਸਿਸ ਹੋਣਗੀਆਂ ਜੀ, ਰਾਈਟ। ਠੀਕ ਹੈ, 25 to 26 ਕਲਾਸਿਸ ਹੋਣਗੀਆਂ ਜਿਨ੍ਹਾਂ ਦੇ ਵਿੱਚ ਆਪਾਂ ਇਹਨੂੰ ਸਾਰੇ ਨੂੰ ਕਵਰ ਕਰਾਂਗੇ, ਰਾਈਟ। ਔਰ ਅਗਰ ਤੁਸੀਂ ਸਾਰੇ ਨੂੰ ਬੇਟੇ ਸੀਰੀਜ਼ ਨੂੰ ਧਿਆਨ ਨਾਲ ਦੇਖਦੇ ਹੋ ਔਰ ਆਪਣੇ ਨੋਟ ਨਾਲ ਦੀ ਨਾਲ ਤਿਆਰ ਕਰਦੇ ਜਾਂਦੇ ਹੋ ਤਾਂ ਆਈ ਪ੍ਰੋਮਿਸ ਕਿ ਤੁਹਾਡੇ ਸਾਰਿਆਂ ਦੇ ਜਿਹੜੇ ਹੈਗੇ ਨੇ ਉਹ ਮੋਰ ਦੈਨ 25 ਸਕੋਰ ਜਿਹੜੇ ਨੇ ਉਹ ਪੱਕੇ ਨੇ। ਇਸ ਤੋਂ ਨੀਚੇ ਤੁਸੀਂ ਨਹੀਂ ਰਹੋਗੇ, ਰਾਈਟ। ਸੋ ਤੁਸੀਂ ਬੜੇ ਧਿਆਨ ਦੇ ਨਾਲ ਇਹਨਾਂ ਸਾਰੀਆਂ ਕਲਾਸਿਸ ਨੂੰ ਅਟੈਂਡ ਕਰਨਾ ਹੈ, ਰਾਈਟ। ਸੋ ਅੱਜ ਦਾ ਆਪਣਾ ਟੌਪਿਕ ਹੈ ਜੀ ਗਰੋਥ ਐਂਡ ਡਿਵੈਲਪਮੈਂਟ। ਦੇਖੋ, ਇਹ ਇੱਕ ਟੌਪਿਕ ਦੀ ਆਪਾਂ ਅਗਰ ਗੱਲ ਕਰੀਏ, ਇਹ ਨਹੀਂ ਕਿ ਸਿਰਫ ਇਹ ਤੁਹਾਨੂੰ ਪੀਟੈਟ ਦੇ ਲਈ ਬੜਾ ਜ਼ਿਆਦਾ ਜ਼ਰੂਰੀ ਹੈ। ਅਗਰ ਤੁਸੀਂ ਟੀਚਰ ਹੋ, ਤੁਸੀਂ ਸਟੂਡੈਂਟ ਨਾਲ ਬੱਚਿਆਂ ਨਾਲ ਡੀਲ ਕਰਦੇ ਹੋ ਬੇਟੇ, ਤਾਂ ਉੱਥੇ ਇਹ ਜਿਹੜੀ ਚੀਜ਼ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਕਿ ਤੁਹਾਨੂੰ ਗਰੋਥ ਔਰ ਡਿਵੈਲਪਮੈਂਟ ਦੀ ਪੂਰੀ ਤਰ੍ਹਾਂ ਨਾਲ ਸਹੀ ਤਰੀਕੇ ਨਾਲ ਜਾਣਕਾਰੀ ਜਿਹੜੀ ਉਹ ਹੋਵੇ। ਦੇਖੋ, ਅਗਰ ਆਪਾਂ ਗਰੋਥ ਦੀ ਗੱਲ ਕਰਦੇ ਹਾਂ ਬੇਟੇ, ਤਾਂ ਇਹ ਹੈ ਕਿ ਇਟਸ ਅ ਪ੍ਰੋਗਰੈਸਿਵ ਇਨਕਰੀਜ਼ ਇਨ ਸਾਈਜ਼। ਬੱਚਾ ਜਦੋਂ ਸਾਡੇ ਕੋਲ ਸਕੂਲ ਵਿੱਚ ਆਉਂਦਾ ਹੈ, ਬਹੁਤ ਛੋਟਾ ਜਿਹਾ ਪਿਆਰਾ ਜਿਹਾ ਹੁੰਦਾ ਹੈ, ਨਰਸਰੀ ਕਲਾਸ ਦੇ ਵਿੱਚ ਉਹ ਸਟਾਰਟ ਕਰਦਾ ਹੈ ਪੜ੍ਹਨਾ। ਹੌਲੀ ਹੌਲੀ ਜਿਹੜਾ ਹੈ ਉਹ ਈਅਰ ਬਾਈ ਈਅਰ ਨੈਕਸਟ ਕਲਾਸਿਸ ਦੇ ਵਿੱਚ ਜਾਂਦਾ ਹੈ। ਉਸ ਦੇ ਨਾਲ ਨਾਲ ਹੀ ਉਸ ਦੀ ਬੋਡੀ ਦੇ ਵਿੱਚ ਵੀ ਚੇਂਜਸ ਆ ਰਹੇ ਨੇ, ਉਹ ਹੌਲੀ ਹੌਲੀ ਵੱਡਾ ਹੁੰਦਾ ਜਾ ਰਿਹਾ ਹੈ, ਲੰਬਾ ਹੁੰਦਾ ਜਾ ਰਿਹਾ ਹੈ, ਠੀਕ ਹੈ। ਤਾਂ ਉਹ ਕੀ ਹੈ, ਉਸ ਦੇ ਸਾਈਜ਼ ਦੇ ਵਿੱਚ ਇਨਕਰੀਜ਼ ਆ ਰਿਹਾ ਹੈ, ਰਾਈਟ। ਸੋ ਉਹ ਕੀ ਹੈ, ਇਟਸ ਅ ਪੋਜ਼ਿਟਿਵ ਚੇਂਜ ਇਨ ਸਾਈਜ਼ ਓਵਰ ਅ ਪੀਰੀਅਡ ਆਫ ਟਾਈਮ। ਜਿਵੇਂ ਜਿਵੇਂ ਟਾਈਮ ਵੱਧ ਰਿਹਾ ਹੈ ਉਸ ਦੇ ਸਾਈਜ਼ ਦੇ ਵਿੱਚ ਜਿਹੜੀਆਂ ਨੇ ਪੋਜ਼ਿਟਿਵ ਚੇਂਜ ਆ ਰਹੇ ਨੇ। ਪੋਜ਼ਿਟਿਵ ਚੇਂਜ ਮੀਨ ਉਹ ਵੱਧ ਰਿਹਾ ਹੈ, ਕੰਟੀਨਿਊਲੀ ਇਨਕਰੀਜ਼ ਕਰ ਰਿਹਾ ਹੈ ਉਸ ਦਾ ਸਾਈਜ਼, ਲੰਬਾਈ ਉਸ ਦੀ ਵੱਧ ਰਹੀ ਹੈ। ਦੇਖੋ, ਇਹ ਬੱਚਾ ਹੈ ਤਾਂ ਪਹਿਲਾਂ ਇਹ 2 ਫੁੱਟ ਜਾਂ 3 ਫੁੱਟ ਦਾ ਸੀ, ਹੌਲੀ ਹੌਲੀ ਇਹ 4 ਫੁੱਟ 5 ਫੁੱਟ ਤੱਕ ਆਪਣੀ ਹਾਈਟ ਜਿਹੜੀ ਉਹ ਇਨਕਰੀਜ਼ ਕਰ ਜਾਏਗਾ। ਸੋ ਇਹ ਕੁਆਂਟੀਟੀ ਦੇ ਨਾਲ ਜਿਹੜਾ ਉਹ ਸੰਬੰਧ ਰੱਖਦਾ ਹੈ। ਗਰੋਥ ਕੀ ਹੈ, ਇੱਕ ਬੱਚਾ ਪੈਦਾ ਹੋਇਆ ਔਰ ਹੌਲੀ ਹੌਲੀ ਜਿਹੜਾ ਹੈ ਉਹ ਵਧਣਾ ਸ਼ੁਰੂ ਕਰ ਦਿੰਦਾ ਹੈ। ਔਰ ਇਹ ਬੇਟਾ ਇੱਕ ਟਾਈਮ ਪੀਰੀਅਡ ਤੋਂ ਬਾਅਦ ਜਾ ਕੇ ਨਾ ਰੁਕ ਜਾਂਦੀ ਹੈ। ਦੇਖੋ, ਇੱਦਾਂ ਨਹੀਂ ਹੈ ਵੀ ਤੁਸੀਂ ਪੈਦਾ ਹੋਏ ਔਰ ਤੁਸੀਂ ਕੰਟੀਨਿਊਲੀ ਵਧਣਾ ਸ਼ੁਰੂ ਕਰ ਦੋਗੇ। ਇਸ ਤਰੀਕੇ ਨਾਲ ਤਾਂ 60 ਸਾਲ ਦੀ ਉਮਰ ਤੱਕ ਜਾਂਦੇ ਤੁਸੀਂ 15-16 ਫਿੱਟ ਦੇ ਹੋ ਜਾਓਗੇ, ਰਾਈਟ। ਬਟ ਇਹ ਇਸ ਤਰ੍ਹਾਂ ਨਹੀਂ ਹੈ। ਗਰੋਥ ਕੀ ਹੈ, ਇੱਕ ਟਾਈਮ ਪੀਰੀਅਡ ਹੈ ਸਾਡਾ। ਅਸੀਂ 20-22 ਸਾਲ ਦੀ ਏਜ ਤੋਂ ਬਾਅਦ ਜਿਹਦੀ ਸਾਡੀ ਹਾਈਟ ਵਗੈਰਾ ਇਨਕਰੀਜ਼ ਹੋਣੀ ਹੈ ਉਹ ਰੁਕ ਜਾਂਦੀ ਹੈ, ਰਾਈਟ। ਸੋ ਇਹ ਕੀ ਹੈ ਜੀ, ਇਟਸ ਅ ਪ੍ਰੋਗਰੈਸਿਵ ਇਨਕਰੀਜ਼ ਇਨ ਸਾਈਜ਼, ਪੋਜ਼ਿਟਿਵ ਚੇਂਜ ਇਨ ਸਾਈਜ਼ ਓਵਰ ਅ ਪੀਰੀਅਡ ਆਫ ਟਾਈਮ। ਸੋ ਇਹ ਹੈ ਗਰੋਥ। ਹੁਣ ਅਗਰ ਆਪਾਂ ਨਾਲ ਦੀ ਨਾਲ ਹੀ ਦੂਸਰੇ ਹੈਂਡ ਸਾਈਡ ਡਿਵੈਲਪਮੈਂਟ ਦੀ ਬੇਟੇ ਗੱਲ ਕਰਦੇ ਹਾਂ ਤਾਂ ਡਿਵੈਲਪਮੈਂਟ ਕੀ ਹੈ। ਡਿਵੈਲਪਮੈਂਟ ਗਰੋਥ ਦੀ ਤਰ੍ਹਾਂ ਇਹਨਾਂ ਸਿੰਪਲ ਕੰਸੈਪਟ ਨਹੀਂ ਹੈ। ਡਿਵੈਲਪਮੈਂਟ ਇਜ਼ ਅ ਚੇਂਜ ਇਨ ਚਾਈਲਡਸ ਐਬਿਲਿਟੀ ਟੂ ਡੂ ਮੋਰ ਕੰਪਲੈਕਸ ਪ੍ਰੋਸੈਸ ਐਂਡ ਟਾਸਕ। ਬੱਚੇ ਦਾ ਜ਼ਿਆਦਾ ਤੋਂ ਜ਼ਿਆਦਾ ਟਫ ਚੀਜ਼ਾਂ ਨੂੰ ਕਰਨਾ, ਉਹਨਾਂ ਦੇ ਵਿੱਚ ਜਿਹੜੀ ਹੈ ਆਪਣੀ ਐਬਿਲਿਟੀ ਨੂੰ ਸ਼ੋਅ ਕਰਨਾ, ਉਹ ਹੈ ਤੁਹਾਡੀ ਡਿਵੈਲਪਮੈਂਟ। ਐਕਚੁਅਲੀ ਡਿਵੈਲਪਮੈਂਟ ਜਿਹੜੀ ਹੈ ਨਾ ਬੇਟੇ ਸਾਡੀ ਮਾਂ ਦੀ ਕੋਖ ਦੇ ਵਿੱਚੋਂ ਹੀ ਸਾਡੀ ਸਟਾਰਟ ਹੋ ਜਾਂਦੀ ਹੈ। ਅਸੀਂ ਬਿਲਕੁਲ ਇੱਕ ਐਗ ਤੋਂ ਸਟਾਰਟ ਕਰਦੇ ਹਾਂ, ਸਾਡੇ ਡਿਫਰੈਂਟ ਫਰਟੀਲਾਈਜੇਸ਼ਨ ਹੁੰਦੀ ਹੈ, ਇੱਕ ਉਹ ਜੈਗੋਟ ਵਗੈਰਾ ਬਣਦੇ ਨੇ ਔਰ ਹੌਲੀ ਹੌਲੀ ਜਿਹੜਾ ਹੈ 9 ਮੰਥਸ ਮਦਰ ਦੇ ਕੋਖ ਦੇ ਵਿੱਚ ਵੀ ਅਸੀਂ ਡਿਵੈਲਪ ਕਰਦੇ ਹਾਂ। ਫਿਰ ਸਾਡਾ ਬਰਥ ਹੋ ਜਾਂਦਾ ਹੈ, ਰਾਈਟ। ਬਰਥ ਤੋਂ ਬਾਅਦ ਦੇ ਵਿੱਚ ਅਸੀਂ ਹੌਲੀ ਹੌਲੀ ਸਾਡੀਆਂ ਡਿਵੈਲਪਮੈਂਟ ਸਟੇਜਸ ਆਉਂਦੀਆਂ ਨੇ ਔਰ ਅਸੀਂ ਵੱਧਦੇ ਜਾਂਦੇ ਹਾਂ। ਇਟਸ ਅ ਲਾਈਫ ਲੌਂਗ ਪ੍ਰੋਸੈਸ। ਸਾਰੀ ਜ਼ਿੰਦਗੀ ਚੱਲਦਾ ਹੈ, ਇੱਕ ਵਾਰ ਸ਼ੁਰੂ ਹੁੰਦਾ ਹੈ, ਜਨਮ ਤੋਂ ਹੀ ਪਹਿਲਾਂ ਸ਼ੁਰੂ ਹੋ ਜਾਂਦਾ ਹੈ ਔਰ ਜਦ ਤੱਕ ਤੁਸੀਂ ਮਰ ਨਹੀਂ ਜਾਂਦੇ ਤਦ ਤੱਕ ਤੁਹਾਡੀ ਡਿਵੈਲਪਮੈਂਟ ਹੈ, ਵਿਕਾਸ ਜਿਹੜਾ ਹੈ ਉਹ ਲਗਾਤਾਰ ਚੱਲਦਾ ਜਾਂਦਾ ਹੈ। ਇਹ ਦੋਨੋਂ ਹੀ ਤਰੀਕੇ ਦਾ ਹੁੰਦਾ ਹੈ ਜੀ, ਕੁਆਲਿਟੇਟਿਵ ਵੀ ਔਰ ਕੁਆਂਟੀਟਿਵ ਵੀ। ਲਾਈਫ ਲੌਂਗ ਪ੍ਰੋਸੈਸ ਹੈ, ਠੀਕ ਹੈ। ਔਰ ਇਹਦੇ ਤੋਂ ਇੱਕ ਕੁਐਸਚਨ ਜਿਹੜਾ ਬੇਟੇ ਤੁਹਾਨੂੰ ਬਹੁਤ ਜ਼ਿਆਦਾ ਆਉਂਦਾ ਹੁੰਦਾ ਜੀ ਕਿ ਇਹ ਆ, ਇਟਸ ਅ ਟੂਲ ਐਜ਼ ਵੈਲ ਐਜ਼ ਅ ਫੈਕਟਰ ਰਿਸਪੌਂਸਿਬਲ ਫੋਰ ਡਿਵੈਲਪਮੈਂਟ। ਕਿਹੜਾ ਜੀ, ਲਰਨਿੰਗ। ਇਹ ਵਾਲਾ ਜਿਹੜਾ ਯਾਦ ਰੱਖ ਲਿਓ ਕਿ ਤੁਹਾਨੂੰ ਪੁੱਛਿਆ ਜਾਏਗਾ ਕਿਹੜੀ ਚੀਜ਼ ਹੈ ਜਿਹੜੀ ਇੱਕ ਟੂਲ ਵੀ ਹੈ, ਠੀਕ ਹੈ, ਜਿਹੜੀ ਰਿਸਪੌਂਸਿਬਲ ਹੈ ਡਿਵੈਲਪਮੈਂਟ ਦੇ ਲਈ ਵੀ ਔਰ ਇੱਕ ਟੂਲ ਵੀ ਹੈ ਉਹਦੇ ਲਈ। ਉਹ ਕਿਹੜੀ ਚੀਜ਼ ਹੈ, ਤਾਂ ਉਹਦਾ ਆਨਸਰ ਆ ਜਾਂਦਾ ਜੀ ਲਰਨਿੰਗ। ਨੈਕਸਟ ਬੇਟਾ ਅੱਗੇ ਵਧਦੇ ਹਾਂ। ਇਹਦੇ ਵਿੱਚ ਇੱਕ ਦਿੱਕਤ ਇਹ ਹੈ ਕਿ ਜਨਰਲੀ ਅਸੀਂ ਕੀ ਕਰਦੇ ਹਾਂ, ਅਸੀਂ ਗਰੋਥ ਨੂੰ ਔਰ ਡਿਵੈਲਪਮੈਂਟ ਨੂੰ ਨਾ ਇਕੁਅਲੀ ਇੱਕ ਦੂਜੇ ਦੇ ਇਕੁਅਲੀ ਸਮਝ ਜਾਂਦੇ ਹਾਂ ਜਾਂ ਅਸੀਂ ਸੇਮ ਹੀ ਸਮਝ ਲੈਂਦੇ ਹਾਂ। ਅਸੀਂ ਇਹਦੇ ਵਿੱਚ ਇਸ ਚੀਜ਼ ਨੂੰ ਡਿਫਰੈਂਸ਼ੀਏਟ ਨਹੀਂ ਕਰਦੇ। ਨੋ, ਇਸ ਤਰ੍ਹਾਂ ਨਹੀਂ ਹੈ। ਦੇਖੋ, ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੈ। ਅਗਰ ਆਪਾਂ ਗੱਲ ਕਰਦੇ ਹਾਂ, ਦੇਖੋ
ਡਿਫਰੈਂਸ਼ੀਏਟ ਕਿੱਦਾਂ ਕਰਦੇ ਆ। ਅਗਰ ਅਸੀਂ ਗੱਲ ਕਰਦੇ ਹਾਂ ਜੀ ਗਰੋਥ ਦੀ ਬੇਟੇ, ਗਰੋਥ ਕੈਨ ਬੀ ਮੇਜ਼ਰ ਚੇਂਜ ਇਨ ਹਾਈਟ ਐਂਡ ਵੇਟ। ਤੁਸੀਂ ਬੱਚਾ ਵੱਡਾ ਹੋ ਰਿਹਾ ਹੈ, ਉਸ ਦੀ ਹਾਈਟ ਵਿੱਚ ਚੇਂਜ ਆ ਰਹੇ ਨੇ, ਉਸ ਦੇ ਵੇਟ ਦੇ ਵਿੱਚ ਚੇਂਜ ਆ ਰਹੇ ਨੇ। ਔਰ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਬੇਟੇ ਕਿ ਇੱਕ ਪੁਆਇੰਟ 'ਤੇ ਜਾ ਕੇ ਗਰੋਥ ਜਿਹੜੀ ਹੈ ਉਹ ਰੁਕ ਜਾਂਦੀ ਹੈ। ਐਂਡ ਦ ਮੇਨ ਫੀਚਰ ਇਹਦਾ ਕੀ ਹੈ, ਇਟਸ ਅ ਪਾਰਟ ਆਫ ਡਿਵੈਲਪਮੈਂਟ। ਜੋ ਜਿਹੜੀ ਡਿਵੈਲਪਮੈਂਟ ਹੈ, ਇਹ ਜਿਹੜੀ ਗਰੋਥ ਹੈ ਬੇਟਾ, ਇਸ ਡਿਵੈਲਪਮੈਂਟ ਦਾ ਹੀ ਇੱਕ ਸਬ ਪਾਰਟ ਹੈ ਨੈਕਸਟ ਅੱਗੇ। ਓਕੇ, in other hand side if we talk about the development, ਇਹ ਕੀ ਹੈ, it's a both quantitative and qualitative process, lifelong process, never stop, ਸਾਰੀ ਜ਼ਿੰਦਗੀ ਚੱਲਦਾ ਹੈ ਜਦ ਤੱਕ ਅਸੀਂ ਮਰ ਨਹੀਂ ਜਾਂਦੇ। ਦੇਖੋ ਆਮ ਹੀ ਆਪਾਂ ਬੋਲਦੇ ਨੇ ਨਾ, ਅਸੀਂ ਬੋਲਚਾਲ ਦੀ ਭਾਸ਼ਾ 'ਚ ਦੇਖਦੇ ਹਾਂ ਕਿ ਬਈ ਸਿੱਖਿਆ ਤਾਂ ਜਿਹੜੀ ਉਹ ਸਾਰੀ ਜ਼ਿੰਦਗੀ ਚੱਲਦੀ ਰਹਿੰਦੀ ਹੈ। ਇਨਸਾਨ ਕਦੀ ਵੀ ਪਰਫੈਕਟ ਨਹੀਂ ਹੋ ਪਾਉਂਦਾ, ਉਹ ਹਮੇਸ਼ਾ ਹੀ ਕੁਝ ਨਾ ਕੁਝ ਨਵਾਂ ਸਿੱਖਦਾ ਹੀ ਰਹਿੰਦਾ ਹੈ। ਇਫ ਯੂ ਆਰ ਟੀਚਰ, ਅਗਰ ਤੁਸੀਂ ਬੱਚਿਆਂ ਨੂੰ ਪੜ੍ਹਾਇਆ ਤਾਂ ਤੁਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹੋਗੇ ਕਿ ਅਸੀਂ ਚਾਹੇ ਜਿੰਨੇ ਵੀ ਮਰਜ਼ੀ ਐਕਸਪਰਟ ਕਿਉਂ ਨਾ ਹੋਈਏ ਆਪਣੇ ਸਬਜੈਕਟ ਦੇ, ਬਟ ਜਦੋਂ ਅਸੀਂ ਬੱਚਿਆਂ ਵਿੱਚ ਜਾਂਦੇ ਹਾਂ, ਉਹਨਾਂ ਨੂੰ ਟੀਚ ਕਰਦੇ ਹਾਂ, ਹਰ ਡੇ ਅਸੀਂ ਕੁਝ ਨਾ ਕੁਝ ਨਵਾਂ ਸਿੱਖਦੇ ਜਾ ਰਹੇ ਹਾਂ। ਨੈਕਸਟ ਸੈਸ਼ਨ ਤੱਕ ਅਸੀਂ ਹੋਰ ਜ਼ਿਆਦਾ ਪਰਫੈਕਸ਼ਨ ਆ ਜਾਂਦੀ ਹੈ, ਉਸ ਤੋਂ ਬਾਅਦ ਹੋਰ ਜ਼ਿਆਦਾ ਪਰਫੈਕਸ਼ਨ ਆ ਜਾਂਦੀ ਹੈ। ਮਤਲਬ ਸਿੱਖਣ ਦਾ ਬੇਟੇ, ਡਿਵੈਲਪਮੈਂਟ ਦਾ ਕਿਤੇ ਅੰਤ ਨਹੀਂ ਹੈ, ਉਹ ਹਮੇਸ਼ਾ ਚੱਲਦੀ ਰਹਿੰਦੀ ਹੈ ਜਦ ਤੱਕ ਸਾਡੀ ਲਾਈਫ ਖਤਮ ਨਹੀਂ ਹੋ ਜਾਂਦੀ। ਠੀਕ ਹੈ, ਕੰਪਰੀਹੈਂਸਿਵ ਕਨਸੈਪਟ ਹੈ, ਬਹੁਤ ਜ਼ਿਆਦਾ ਬਰੋਡਰ ਹੈ, ਮਤਲਬ ਜ਼ਿਆਦਾ ਬਰੋਡ ਹੈ ਗਰੋਥ ਦੇ ਨਾਲੋਂ। ਅਗਰ ਆਪਾਂ ਇਸ ਤਰੀਕੇ ਨਾਲ ਗੱਲ ਕਰ ਲਈਏ ਕਿ ਦੇਖੋ ਇਹ ਹੈ ਜੀ ਗਰੋਥ ਹੈ, ਤਾਂ ਇਹ ਡਿਵੈਲਪਮੈਂਟ ਜਿਹੜੀ ਹੈ ਉਹਦਾ ਮੇਜਰ ਜਿਹੜਾ ਉਹ ਸਰਕਲ ਹੈ। ਮਤਲਬ ਗਰੋਥ ਜੋ ਹੈ ਇਸ ਡਿਵੈਲਪਮੈਂਟ ਦਾ ਇੱਕ ਪਾਰਟ ਹੈ। ਸੋ ਇਹਦੇ ਨਾਲ ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਨਾਲ ਸਮਝ ਲੱਗ ਗਈ ਹੋਏਗੀ ਬੇਟੇ ਕਿ ਵਿਕਾਸ ਔਰ ਵਾਧੇ ਦੇ ਵਿੱਚ ਕੀ ਅੰਤਰ ਹੈ, ਡਿਵੈਲਪਮੈਂਟ ਹੈ ਜਿਹੜੀ ਹੈ ਔਰ ਗਰੋਥ ਜਿਹੜਾ ਹੈ ਉਹਨਾਂ ਦੋਨਾਂ ਦੇ ਵਿੱਚ ਡਿਫਰੈਂਸ਼ੀਏਟ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਦੋਨਾਂ ਨੂੰ ਡਿਫਰੈਂਸ਼ੀਏਟ ਕਰਦੇ ਹਾਂ। ਅਗਰ ਤੁਹਾਨੂੰ ਇਹ ਦੋਨੋਂ ਚੀਜ਼ਾਂ ਸਮਝ ਆ ਜਾਂਦੀਆਂ ਨੇ ਦੈਨ ਫਿਰ ਆਪਾਂ ਅੱਗੇ ਵਧਦੇ ਹਾਂ। ਇਹਨਾਂ ਦੋਨਾਂ ਨੂੰ ਚੀਜ਼ਾਂ ਸਮਝਣ ਤੋਂ ਬਾਅਦ ਉਹ ਚੀਜ਼ਾਂ ਤੁਹਾਡੇ ਲਈ ਹੋਰ ਵੀ ਜ਼ਿਆਦਾ ਸੌਖੀਆਂ ਹੋ ਜਾਣਗੀਆਂ। ਦੇਖੋ ਡਿਵੈਲਪਮੈਂਟ ਨੂੰ ਨਾ ਆਪਾਂ ਡਿਵਾਈਡ ਕਰਦੇ ਹਾਂ, ਟੋਟਲ 6 ਪਾਰਟਸ ਦੇ ਵਿੱਚ ਆਪਾਂ ਇਸ ਨੂੰ ਜੀ ਡਿਵਾਈਡ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਬਿਫੋਰ ਬਰਥ। ਡਿਵੈਲਪਮੈਂਟ ਜਿਹੜੀ ਹੈ ਨਾ ਬਿਫੋਰ ਬਰਥ ਹੀ ਜਿਹੜੀ ਉਹ ਸਟਾਰਟ ਹੋ ਜਾਂਦੀ ਹੈ, ਜਿਸ ਨੂੰ ਆਪਾਂ ਪ੍ਰੀ ਨੈਟਲ ਸਟੇਜ ਬੋਲਦੇ ਹਾਂ, ਜਦ ਤੱਕ ਅਸੀਂ ਆਪਣੀ ਮਦਰ ਦੀ ਕੋਖ ਦੇ ਵਿੱਚ ਪਲਦੇ ਹਾਂ ਬੱਚੇ। ਉਸ ਤੋਂ ਬਾਅਦ ਜੀ ਸਾਡਾ ਬਰਥ ਹੋ ਜਾਂਦਾ ਹੈ, ਰਾਈਟ। ਔਰ 2 ਸਾਲ ਦੀ ਏਜ ਤੱਕ ਵਾਲਾ ਜਿਹੜਾ ਹੈ ਉਹਨੂੰ ਇਨਫੈਂਸੀ ਮਤਲਬ ਇਨਫੈਂਟ ਬੋਲਦੇ ਹਾਂ ਆਪਾਂ। 3 ਤੋਂ 5 ਸਾਲ ਤੱਕ ਬੇਟਾ ਆ ਜਾਂਦਾ ਹੈ ਅਰਲੀ ਚਾਈਲਡਹੁੱਡ। ਦੇਖੋ ਬੇਟੇ ਇੱਥੋਂ ਸਿੱਧੇ ਕੁਐਸਚਨ ਆਉਣੇ ਨੇ ਤੁਹਾਨੂੰ, ਉਹਨਾਂ ਦੇ ਵਿੱਚ ਉਹ ਤੁਹਾਨੂੰ ਪੁੱਛ ਲੈਣਗੇ ਮਿਡਲ ਚਾਈਲਡਹੁੱਡ ਦਾ ਟਾਈਮ ਜਿਹੜਾ ਉਹ ਕਿੰਨਾ ਹੁੰਦਾ ਹੈ ਜੀ, ਠੀਕ ਹੈ। ਜਾਂ ਉਹ ਤੁਹਾਨੂੰ ਪੁੱਛ ਲੈਣਗੇ ਜੀ ਤੁਹਾਡੀ ਜਿਹੜੀ ਅਡਲਟਹੁੱਡ ਹੈ ਉਹ ਕਿੱਥੋਂ ਸਟਾਰਟ ਹੁੰਦੀ ਹੈ। ਈਵਨ ਦੈਨ ਉਹ ਤੁਹਾਨੂੰ ਇਨਫੈਂਸੀ ਜਿਹੜੀ ਹੈ ਪੀਰੀਅਡ ਉਹ ਵੀ ਪੁੱਛ ਸਕਦੇ ਨੇ, ਮਤਲਬ ਕੁਝ ਵੀ ਪੁੱਛ ਸਕਦੇ ਨੇ। ਡਿਵੈਲਪਮੈਂਟ ਕਿੱਥੋਂ ਸਟਾਰਟ ਹੁੰਦੀ ਹੈ, ਦੇਖੋ ਉਹਨਾਂ ਨੇ ਇਹ ਕੁਐਸਚਨ ਦੇ ਦਿੱਤਾ ਡਿਵੈਲਪਮੈਂਟ ਕਿੱਥੋਂ ਸਟਾਰਟ ਹੋਏਗੀ। ਨੀਚੇ ਤੁਹਾਨੂੰ 4 ਆਪਸ਼ਨ ਦੇ ਦੇਣਗੇ, ਪ੍ਰੀ ਨੈਟਲ ਸਟੇਜ, ਅਰਲੀ ਚਾਈਲਡਹੁੱਡ ਸਟੇਜ, ਅਡਲਟਹੁੱਡ ਸਟੇਜ, ਅਡੋਲਸੈਂਸ ਏਜ। ਮਤਲਬ ਇਸ ਤਰੀਕੇ ਨਾਲ ਆਪਸ਼ਨਸ ਦਿੱਤੀਆਂ ਹੋਣਗੀਆਂ। ਤਾਂ ਆਪਾਂ ਯਾਦ ਰੱਖਣਾ ਹੈ ਡਿਵੈਲਪਮੈਂਟ ਜਿਹੜੀ ਹੈ ਨਾ ਬੇਟੇ ਸਾਡੇ ਜਨਮ ਲੈਣ ਤੋਂ ਪਹਿਲਾਂ ਹੀ, ਜਦੋਂ ਫਰਟੀਲਾਈਜੇਸ਼ਨ ਹੋ ਜਾਂਦੀ ਹੈ ਮਦਰ ਦੀ ਕੋਖ ਦੇ ਵਿੱਚ ਹੀ ਔਰ ਜਾਈਗੋਟ ਜਿਹੜਾ ਹੈ ਉਹ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਉੱਥੋਂ ਹੀ ਜਿਹੜੀ ਹੈ ਡਿਵੈਲਪਮੈਂਟ ਸਟਾਰਟ ਹੋ ਜਾਂਦੀ ਹੈ। ਠੀਕ ਹੈ, ਬਹੁਤੀ ਵਾਰੀ ਜਿਹੜੇ ਨੇ ਸਟੂਡੈਂਟਸ ਕਨਫਿਊਜ਼ ਹੋ ਜਾਂਦੇ ਨੇ ਇੱਥੇ ਹੀ ਕਿ ਡਿਵੈਲਪਮੈਂਟ ਜਿਹੜੀ ਹੈ ਜੀ ਉਹ ਬਰਥ ਤੋਂ ਬਾਅਦ ਸਟਾਰਟ ਹੁੰਦੀ ਹੈ, ਜਦਕਿ ਇੱਦਾਂ ਦੀ ਕੋਈ ਵੀ ਗੱਲ ਨਹੀਂ ਹੈ, ਰਾਈਟ। ਸੋ ਇਹ ਟੋਟਲ ਇਹਦੇ 6 ਜਿਹੜੀਆਂ ਨੇ ਉਹ ਸਟੇਜਸ ਨੇ ਡਿਵੈਲਪਮੈਂਟ ਦੀਆਂ। ਨੈਕਸਟ ਅੱਗੇ ਚੱਲਦੇ ਹਾਂ। ਦੇਖੋ ਪ੍ਰੀ ਨੈਟਲ ਸਟੇਜ ਹੈ, ਵੀਕਸ ਦੇ ਅਕੋਰਡਿੰਗ ਸਾਨੂੰ ਦਿੱਤਾ ਹੋਇਆ ਕਿ 4th ਵੀਕ ਤੋਂ ਲੈ ਕੇ 40th ਵੀਕ ਤੱਕ ਕਿਸ ਤਰੀਕੇ ਨਾਲ ਆਪਾਂ ਜਿਹੜੇ ਉਹ ਚੇਂਜ ਹੁੰਦੇ ਆ, ਹੌਲੀ ਹੌਲੀ ਜਿਹੜਾ ਉਹ ਵੱਧਦੇ ਆ। ਇਨਫੈਂਸੀ ਦੀ ਗੱਲ ਕਰਦੀ ਹੈ ਤਾਂ ਇੱਥੋਂ ਬੇਟੇ ਤੁਹਾਨੂੰ ਕੁਐਸਚਨ ਆਉਂਦਾ ਹੈ ਜਨਰਲੀ, ਜਿਵੇਂ ਜਿਸ ਸਾਲ ਸਾਡਾ ਪੇਪਰ ਹੋਇਆ ਸੀ ਸਾਨੂੰ ਕੁਐਸਚਨ ਆਇਆ ਸੀ ਕਿ ਬੱਚਾ ਜਿਹੜਾ ਚੱਲਣਾ ਹੈ ਉਹ ਕਿੰਨੀ ਟਾਈਮ ਤੋਂ ਜਿਹੜਾ ਸਟਾਰਟ ਕਰ ਦਿੰਦਾ ਹੈ। ਜਿਵੇਂ ਇਹ ਦੇਖੋ 12 ਤੋਂ 16 ਮੰਥ ਦੀ ਏਜ ਦੇ ਵਿੱਚ ਜਿਹੜੇ ਬੱਚੇ ਨੇ ਉਹ ਜਨਰਲੀ ਸਟਾਰਟ ਕਰਦੇ ਨੇ, ਲੇਕਿਨ ਇੱਥੇ ਡਿਫਰੈਂਸ਼ੀਏਟ ਆ ਸਕਦਾ ਹੈ। ਦੇਖੋ ਕੋਈ ਬੱਚਾ ਹੈ ਜਿਹਨੇ ਕਿ 11ਵੇਂ ਮੰਥ ਦੇ ਵਿੱਚ ਹੀ ਚੱਲਣਾ ਸ਼ੁਰੂ ਕਰ ਲਿਆ, ਕਿਸੇ ਬੱਚੇ ਨੇ 16ਵੇਂ ਮੰਥ ਦੇ ਵਿੱਚ ਜਾ ਕੇ ਜਿਹੜਾ ਉਹ ਚੱਲਣਾ ਸ਼ੁਰੂ ਕਰਨਾ ਹੈ। ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਹੀ ਉੱਥੇ ਹੀ ਕਰਦੇ ਨੇ, ਵਰੀ ਕਰਦਾ ਹੈ। ਮਤਲਬ ਜ਼ਰੂਰੀ ਨਹੀਂ ਹੈ ਕਿ ਜਿਹੜੇ ਟਾਈਮ 'ਤੇ ਇੱਕ ਬੱਚਾ ਕਰਨ ਲੱਗ ਗਿਆ ਉਸੇ ਟਾਈਮ 'ਤੇ ਦੂਜਾ ਬੱਚਾ ਕਰੇ। ਦੇਖੋ ਇਹ ਬਹੁਤ ਜ਼ਿਆਦਾ ਇਹਦੇ ਜਦੋਂ ਆਪਾਂ ਪ੍ਰਿੰਸੀਪਲ ਡਿਵੈਲਪਮੈਂਟ ਦੇ ਪ੍ਰਿੰਸੀਪਲਸ ਨੂੰ ਡਿਸਕਸ ਕਰਾਂਗੇ ਉੱਥੇ ਇਹ ਚੀਜ਼ ਆਏਗੀ, ਰਾਈਟ। ਸੋ ਇਸੇ ਤਰੀਕੇ ਨਾਲ ਦੇਖੋ 1 ਤੋਂ 3 ਮੰਥ ਤੱਕ ਬੱਚਾ ਕੀ ਕਰਦਾ ਹੈ, ਆਪਣੇ ਉਹ ਲੇਟਣਾ ਜਿਹੜਾ ਉਹ ਸਿੱਖਦਾ ਹੈ, ਫਿਰ ਹੌਲੀ ਹੌਲੀ ਉਹ ਕਰਵਟ ਲੈਣੀ ਸ਼ੁਰੂ ਕਰਦਾ ਹੈ, ਠੀਕ ਹੈ, ਆਪਣੇ ਹੱਥ ਵਗੈਰਾ ਉੱਪਰ ਚੁੱਕਦਾ ਹੈ, ਫਿਰ ਉਹ ਜਿਹੜਾ ਹੈ ਰਿੜਨਾ ਸ਼ੁਰੂ ਕਰ ਦਿੰਦਾ ਹੈ, ਬੈਠਦਾ ਹੈ, ਫਿਰ ਹੌਲੀ ਹੌਲੀ ਕਿਸੇ ਮੰਜੇ ਨੂੰ ਜਾਂ ਕਿਸੇ ਚੇਅਰ ਵਗੈਰਾ ਨੂੰ ਪਕੜ ਕੇ ਜਾਂ ਆਪਣੇ ਫਾਦਰ ਜਾਂ ਮਦਰ ਨੂੰ ਪਕੜ ਕੇ ਉਹ ਖੜਾ ਹੋਣਾ ਸ਼ੁਰੂ ਕਰਦਾ ਹੈ। ਔਰ ਜਦ ਤੱਕ ਉਹ 1 ਸਾਲ ਦਾ ਹੁੰਦਾ ਹੈ, 1 ਤੋਂ 1.5 ਸਾਲ ਦੇ ਵਿੱਚ ਉਹ ਜਿਹੜਾ ਚੱਲਣਾ ਸ਼ੁਰੂ ਕਰ ਦਿੰਦਾ ਹੈ। ਇਹ ਕਿਹੜੀ ਚੀਜ਼ ਆ ਜਾਂਦੀ ਹੈ ਬੇਟਾ, ਇਹ ਸਟੇਜ ਆਉਂਦੀ ਹੈ ਤੁਹਾਡੀ ਇਨਫੈਂਟ ਸਟੇਜ, ਰਾਈਟ।
ਸੋ ਇਸ ਤੋਂ ਬਾਅਦ ਨੈਕਸਟ ਅੱਗੇ ਚੱਲਦੇ ਹਾਂ ਆਪਾਂ। ਦੇਖੋ ਇਹ ਰਿਹਾ ਸਾਡੇ ਟੋਟਲ ਜਿਹੜੀ ਲਾਈਫ ਲੌਂਗ ਜਿਹੜੇ ਉਹ ਜੋ ਪ੍ਰੋਸੈਸ ਚੱਲਦਾ ਹੈ ਕਿ ਕਿਸ ਤਰੀਕੇ ਨਾਲ ਇੱਕ ਬੱਚਾ ਜਿਹੜਾ ਹੈ ਉਹ ਅੱਗੇ ਅੱਗੇ ਵੱਧਦਾ ਹੈ, ਛੋਟਾ ਹੁੰਦਾ ਹੈ, ਫਿਰ ਨੈਕਸਟ ਅੱਗੇ ਹੋਰ ਵੱਧਦਾ ਹੈ ਔਰ ਅਡਲਟਹੁੱਡ ਤੱਕ ਜਿਹੜਾ ਉਹ ਪਹੁੰਚ ਜਾਂਦਾ ਹੈ। ਰਾਈਟ, ਠੀਕ ਹੈ ਜੀ। ਇਸ ਤਰੀਕੇ ਨਾਲ ਜਿਹੜਾ ਹੈ ਅਸੀਂ ਆਪਣੀ ਜਿਹੜੀ ਉਹ ਡਿਵੈਲਪਮੈਂਟ ਉਹ ਕਰਦੇ ਹਾਂ। ਡੋਮੇਨਸ ਕੀ ਨੇ ਡਿਵੈਲਪਮੈਂਟ ਦੇ, ਮਤਲਬ ਕਿਹੜੇ ਕਿਹੜੇ ਉਹ ਮੇਨ ਫੀਚਰਸ ਨੇ ਜਾਂ ਕਿਹੜੇ ਕਿਹੜੇ ਡੋਮੇਨਸ ਨੇ ਜਿਹੜੇ ਉਹ ਖੇਤਰ ਨੇ ਜਿਨ੍ਹਾਂ ਦੇ ਵਿੱਚ ਸਾਡੀ ਡਿਵੈਲਪਮੈਂਟ ਹੁੰਦੀ ਹੈ। ਸੋ ਇਹ ਇੰਪੋਰਟੈਂਟ ਹੈ ਜੀ। ਇਹਨਾਂ ਚਾਰਾਂ ਜਿਹੜੇ ਹੈਗੇ ਨੇ ਤੁਹਾਡੇ ਡੋਮੇਨ, ਇਹਨਾਂ ਤੋਂ ਤੁਹਾਨੂੰ ਕੁਐਸਚਨ ਆ ਸਕਦਾ ਹੈ ਕਿ ਡਿਵੈਲਪਮੈਂਟ ਡੋਮੇਨ ਜਿਹੜੇ ਨੇ ਉਹ ਕਿਹੜੇ ਕਿਹੜੇ ਨੇ ਜਾਂ ਕਿਹੜਾ ਨਹੀਂ ਹੈ। ਚਾਰ ਆਪਸ਼ਨਸ ਦੇ ਕੇ ਤੁਹਾਨੂੰ ਜਿਹੜਾ ਹੈ ਉਹ ਪੁੱਛਿਆ ਜਾ ਸਕਦਾ ਹੈ ਕਿ ਕੋਈ ਇੱਕ ਜਿਹੜਾ ਡੋਮੇਨ ਹੈ ਉਹਦੇ ਬਾਰੇ ਦੱਸੋ ਜਾਂ ਕਿਹੜਾ ਡੋਮੇਨ ਨਹੀਂ ਹੈ ਡਿਵੈਲਪਮੈਂਟ ਦਾ। ਸੋ ਡਿਵੈਲਪਮੈਂਟ ਦੇ ਟੋਟਲ 4 ਡੋਮੇਨ ਹੁੰਦੇ ਨੇ ਰਾਜੇ। ਅਗਰ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਆਉਂਦਾ ਹੈ ਫਿਜ਼ੀਕਲੀ ਜਿਹੜਾ ਤੁਹਾਡੇ ਸਰੀਰ ਦਾ ਡਿਵੈਲਪਮੈਂਟ ਹੁੰਦੀ ਹੋਗੀ। ਕੋਗਨੀਟਿਵ ਤੁਹਾਡੇ ਦਿਮਾਗੀ, ਉਹਦੇ ਨਾਲ ਦਿਮਾਗ ਦੇ ਵਿੱਚ ਤੁਹਾਡੀ ਸੂਝ-ਬੂਝ ਸਮਝ ਉਹਦੇ ਬਾਰੇ ਗੱਲ ਕਰਦਾ ਹੈ। ਲੈਂਗੁਏਜ ਮਤਲਬ ਜੋ ਤੁਸੀਂ ਬੋਲ ਚਾਲ ਕਰਦੇ ਹੋ ਉਹਦੇ ਬਾਰੇ। ਉਸ ਤੋਂ ਬਾਅਦ ਸੋਸ਼ਲ ਔਰ ਇਮੋਸ਼ਨਲ, ਕਈ ਵਾਰ ਸੋਸ਼ਲ ਔਰ ਇਮੋਸ਼ਨਲ ਨੂੰ ਵੱਖਰਾ ਵੱਖਰਾ ਲਿਖ ਦਿੱਤਾ ਜਾਂਦਾ ਹੈ ਔਰ ਲੈਂਗੁਏਜ ਜਿਹੜੀ ਉੱਥੇ ਉਹ ਨਹੀਂ ਇਨਕਲੂਡ ਕਰਦੇ, ਲੇਕਿਨ ਟੋਟਲ ਇਹਦੇ ਫਿਰ ਵੀ 4 ਨੇ, ਤਾਂ ਇਹਨਾਂ ਨੂੰ ਤੁਸੀਂ ਯਾਦ ਰੱਖ ਸਕਦੇ ਹੋ। ਪੈਂਗੂਇਨ ਕਾਂਟ ਈਟ ਸਨੋ ਵਗੈਰਾ ਇਸ ਤਰੀਕੇ ਨਾਲ ਕਰਕੇ ਫਿਜ਼ੀਕਲ, ਕੋਗਨੀਟਿਵ, ਲੈਂਗੁਏਜ, ਸੋਸ਼ਲ ਐਂਡ ਇਮੋਸ਼ਨ। ਇਹ ਨੇ ਸਾਡੇ ਵੱਖਰੇ ਵੱਖਰੇ ਸਪੈਸੀਫਿਕ ਫੀਲਡ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਜਿਹੜਾ ਉਹ ਡਿਵੈਲਪ ਕਰਦਾ ਹੈ ਹੌਲੀ ਹੌਲੀ। ਇਹਨਾਂ ਨੂੰ ਅਸੀਂ ਡੋਮੇਨ ਬੋਲਦੇ ਹਾਂ, ਡੋਮੇਨਸ ਆਫ ਡਿਵੈਲਪਮੈਂਟ। ਇਹਨਾਂ ਤੋਂ ਵੀ ਤੁਹਾਨੂੰ ਡਾਇਰੈਕਟ ਕੁਐਸਚਨਸ ਜਿਹੜੇ ਨੇ ਉਹ ਜਨਰੇਟ ਕਰਦਾ ਹੈ ਐਗਜ਼ਾਮੀਨਰ, ਉਸੇ ਤਰੀਕੇ ਨਾਲ ਹੀ ਉਹ ਪੁੱਛੇਗਾ। ਇੱਥੇ ਇਹਨਾਂ ਦੀ ਥੋੜ੍ਹਾ ਜਿਹਾ ਆਪਾਂ ਡਿਟੇਲ 'ਚ ਦਿੱਤਾ ਹੋਇਆ। ਅਗਰ ਫਿਜ਼ੀਕਲ ਦੀ ਗੱਲ ਕਰਦੇ ਹਾਂ ਡੋਮੇਨ ਦੀ, ਤਾਂ ਬੇਟੇ 'ਚ ਫਾਈਨ ਮੋਟਰ ਸਕਿੱਲ ਔਰ ਗ੍ਰੋਸ ਮੋਟਰ ਸਕਿੱਲਸ ਆਉਂਦੀਆਂ ਨੇ। ਨੈਕਸਟ ਆਪਾਂ ਅੱਗੇ ਕਰਾਂਗੇ ਹੱਥਾਂ ਦਾ ਔਰ ਅੱਖਾਂ ਦੀ ਕੋਆਰਡੀਨੇਸ਼ਨ ਵਗੈਰਾ ਜਿਹੜੀ ਉਹ ਸਾਰਾ ਕੁਝ ਇਹਦੇ ਵਿੱਚ ਆਉਂਦਾ ਹੈ। ਔਰ ਅਗਰ ਆਪਾਂ ਗੱਲ ਕਰਦੇ ਹਾਂ ਸੋਸ਼ਲ ਔਰ ਇਮੋਸ਼ਨਲ ਡੋਮੇਨ ਦੀ, ਤਾਂ ਉਹਦੇ ਵਿੱਚ ਕੀ ਚੀਜ਼ ਆਉਂਦਾ ਹੈ, ਆਪਣੇ ਜਿਹੜੇ ਉਹ ਪੇਰੈਂਟਸ ਦੇ ਨਾਲ ਉਸਦਾ ਲਗਾਵ ਹੁੰਦਾ ਹੈ, ਆਪਣੇ ਖਿਡੌਣਿਆਂ ਦੇ ਨਾਲ, ਮਦਰ ਦੇ ਨਾਲ, ਉਹ ਸਾਰੀਆਂ ਚੀਜ਼ਾਂ, ਖੇਡ ਦੇ ਨਾਲ ਉਹਨੂੰ ਖੇਡਣਾ ਚੰਗਾ ਲੱਗਦਾ ਹੈ, ਦੂਜਿਆਂ ਬੱਚਿਆਂ ਨਾਲ ਘੁਲਣਾ ਮਿਲਣਾ, ਸੋਸ਼ਲ ਰਿਲੇਸ਼ਨਸ਼ਿਪ ਇਹਦੇ ਵਿੱਚ ਆ ਜਾਂਦੇ ਨੇ, ਸੈਲਫ ਸਟੀਮ ਆ ਜਾਂਦੀ ਹੈ, ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਲੈਂਗੁਏਜ ਦੀ ਗੱਲ ਕਰਦੇ ਹਾਂ ਤਾਂ ਦੂਸਰਿਆਂ ਨਾਲ ਗੱਲਬਾਤ ਕਰਨ ਦਾ ਤਰੀਕਾ। ਦੇਖੋ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਬਿਲਕੁਲ ਬੋਲਦਾ ਨਹੀਂ ਹੈ, ਸਿਰਫ ਉਸਨੂੰ ਰੋਣਾ ਆਉਂਦਾ ਹੈ। ਹੌਲੀ ਹੌਲੀ ਉਹ ਥੋੜ੍ਹੀ ਸਮਾਈਲ ਕਰਨੀ ਸਿੱਖਦਾ ਹੈ, ਫਿਰ ਉਹ ਨਿੱਕੇ ਨਿੱਕੇ ਸ਼ਬਦ ਜਿਹੜੇ ਨੇ ਉਹ ਮਤਲਬ ਆਵਾਜ਼ਾਂ ਕੱਢਦਾ ਹੈ ਇੱਦਾਂ। ਔਰ ਸਭ ਤੋਂ ਪਹਿਲਾਂ ਮੋਸਟ ਆਫ ਦਾ ਟਾਈਮ ਜਿਹੜਾ ਹੈ ਆਪਾਂ ਤਾਂ ਦੇਖਦੇ ਹਾਂ ਕਿ ਬੱਚੇ ਜਿਹੜਾ ਵਰਡ ਪੁਕਾਰਦੇ ਨੇ ਮਾਂ ਜਾਂ ਮੰਮਾ, ਇਸ ਤਰੀਕੇ ਨਾਲ ਹੀ ਬੋਲਣਾ ਸ਼ੁਰੂ ਕਰਦੇ ਨੇ। ਕੁਝ ਬੱਚੇ ਕੁਝ ਹੋਰ ਵੀ ਸ਼ਬਦ ਛੋਟੇ ਛੋਟੇ ਮਤਲਬ ਸਿੰਗਲ ਸਾਊਂਡ ਜਿਹੜੀ ਨੇ ਉਹ ਪ੍ਰੋਨਾਊਂਸ ਕਰਦੇ ਨੇ ਆਪਣੇ ਠੀਕ ਹੈ। ਦੈਨ ਟਾਕਿੰਗ, ਵੋਕੈਬਲਰੀ ਔਰ ਰਿਟਨ ਲੈਂਗੁਏਜ ਸਕਿੱਲਸ, ਹੌਲੀ ਹੌਲੀ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਇਹ ਚੀਜ਼ਾਂ ਸਾਰੀਆਂ ਆਉਂਦੀਆਂ ਨੇ। ਕੋਗਨੀਟਿਵ ਦੀ ਗੱਲ ਕਰੀਏ ਤਾਂ ਲਰਨਿੰਗ ਐਂਡ ਪ੍ਰੋਸੈਸਿੰਗ ਆਫ ਇਨਫੋਰਮੇਸ਼ਨ, ਇਮੈਜੀਨੇਸ਼ਨ, ਕ੍ਰਿਟੀਕਲ ਥਿੰਕਿੰਗ, ਪ੍ਰੋਬਲਮ ਸੋਲਵਿੰਗ, ਰੀਜ਼ਨਿੰਗ ਐਂਡ ਮੈਮਰੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਆ ਜਾਂਦੀਆਂ ਨੇ ਕੋਗਨੀਟਿਵਸ ਦੇ ਵਿੱਚ। ਫਿਜ਼ੀਕਲ ਡੋਮੇਨ ਦੀ ਰਾਜੇ ਅਗਰ ਆਪਾਂ ਗੱਲ ਕਰਦੇ ਹਾਂ, ਇਹ ਕੀ ਹੈ, ਇਟ ਰਿਲੇਟ ਟੂ ਚੇਂਜ, ਗਰੋਥ ਐਂਡ ਸਕਿੱਲ ਡਿਵੈਲਪਮੈਂਟ ਆਫ ਦਾ ਬੋਡੀ ਇਨਕਲੂਡਿੰਗ ਡਿਵੈਲਪਮੈਂਟ ਆਫ ਮਸਲ ਐਂਡ ਸੈਂਸ। ਸਰੀਰ ਦੇ ਵਿੱਚ ਜੋ ਜੋ ਚੇਂਜਸ ਆਉਂਦੇ ਨੇ, ਠੀਕ ਹੈ, ਜਿਹਦੇ ਨਾਲ ਤੁਹਾਡੇ ਜਿਹੜੇ ਨੇ ਉਹ ਮਸਲਸ ਵੱਡੇ ਹੁੰਦੇ ਨੇ, ਤੁਹਾਡੀਆਂ ਜਿਹੜੀਆਂ ਨੇ ਉਹ ਸੈਂਸ ਔਰਗਨਸ ਨੇ ਜਿਹੜੇ ਉਹ ਵਧੀਆ ਤਰੀਕੇ ਨਾਲ ਡਿਵੈਲਪ ਕਰਦੀਆਂ ਨੇ, ਇਹਨਾਂ ਸਾਰਿਆਂ ਨੂੰ ਆਪਾਂ ਬੋਲਦੇ ਹਾਂ ਫਿਜ਼ੀਕਲ ਡੋਮੇਨ। ਜਾਂ ਸਿੰਪਲ ਵਰਡ ਦੇ ਵਿੱਚ ਆਪਾਂ ਅਗਰ ਬੇਟੇ ਕਹਿ ਲਈਏ ਤਾਂ ਫਿਜ਼ੀਕਲ ਡੋਮੇਨ ਕੀ ਹੈ, ਸਾਡੀ ਜਿਹੜੀ ਸਰੀਰਕ ਪੱਖ ਤੋਂ ਜੋ ਚੇਂਜਸ ਆਉਂਦੇ ਨੇ ਸਾਡੇ ਫਿਜ਼ੀਕਲੀ ਇੱਕ ਬੱਚੇ ਦੇ ਵਿੱਚ ਜੋ ਚੇਂਜ ਆਉਂਦੇ ਨੇ ਉਹਨਾਂ ਨੂੰ ਆਪਾਂ ਬੋਲਦੇ ਹਾਂ ਫਿਜ਼ੀਕਲ ਡੋਮੇਨ ਦੇ ਵਿੱਚ ਰੱਖਦੇ ਹਾਂ। ਇਹਦੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ, ਇੱਕ ਆਉਂਦੀ ਹੈ ਬੇਟੇ ਗ੍ਰੋਸ ਮੋਟਰ ਸਕਿੱਲ, ਠੀਕ ਹੈ ਜੀ, ਔਰ ਇੱਕ ਆਉਂਦਾ ਹੈ ਰਾਜੇ ਸਾਡਾ ਫਾਈਨ ਮੋਟਰ ਸਕਿੱਲਸ। ਗ੍ਰੋਸ ਮੋਟਰ ਸਕਿੱਲ ਔਰ ਫਾਈਨ ਮੋਟਰ ਸਕਿੱਲਸ ਦੇ ਵਿੱਚ ਡਿਫਰੈਂਸ ਕੀ ਨੇ, ਦੇਖੋ ਗ੍ਰੋਸ ਮੋਟਰ ਸਕਿੱਲਸ ਦੇ ਵਿੱਚ ਕੀ ਹੈ, ਸਿਰਫ ਲਾਰਜ ਮਸਲਸ ਜਿਹੜੇ ਨੇ ਉਹ ਇਨਕਲੂਡ ਹੁੰਦੇ ਨੇ, ਮੇਨ ਐਕਟੀਵਿਟੀਜ਼ ਜਿੱਦਾਂ ਚੱਲਣਾ ਫਿਰਨਾ, ਬੈਠਣਾ, ਖੇਡਣਾ, ਰਿੜਨਾ, ਇੱਦਾਂ ਦੀਆਂ ਚੀਜ਼ਾਂ। ਫਾਈਨ ਮੋਟਰ ਸਕਿੱਲਸ ਨੇ ਨਾ, ਉਹਨਾਂ ਦੇ ਵਿੱਚ ਸਾਡੇ ਹੱਥਾਂ ਦਾ, ਉਂਗਲੀਆਂ ਦੀ ਕੋਆਰਡੀਨੇਸ਼ਨ, ਛੋਟੇ ਮਸਲਸ ਜਿਹੜੇ ਨੇ ਉਹ ਇਨਕਲੂਡ ਹੁੰਦੇ ਨੇ। ਦੇਖੋ ਤੁਸੀਂ ਚੱਲ ਫਿਰ ਰਹੇ ਹੋ ਤਾਂ ਲੱਤਾਂ ਦੇ ਮਸਲ ਜਿਹੜੇ ਨੇ ਉਹ ਲਾਰਜ ਮਸਲ ਉਹੀ ਕੰਮ ਕਰ ਰਹੇ ਨੇ, ਲੇਕਿਨ ਅਗਰ ਤੁਸੀਂ ਇੱਕ ਉਹ ਪਕੜ ਰਹੇ ਹੋ ਬੋਲ ਨੂੰ, ਠੀਕ ਹੈ, ਔਰ ਇੱਕ ਆਪਣੀ ਪੈਨਸਲ ਦੇ ਨਾਲ ਲਿਖਣਾ ਸ਼ੁਰੂ ਕਰ ਰਿਹਾ ਹੈ ਬੱਚਾ, ਉਹ ਉਸ ਦੀਆਂ ਫਾਈਨ ਮੋਟਰ ਸਕਿੱਲਸ ਨੇ, ਠੀਕ ਹੈ। ਜਿਵੇਂ ਸੂਈ ਦੇ ਵਿੱਚ ਉਸਨੂੰ ਉਹ ਧਾਗਾ ਵਗੈਰਾ ਪਾਉਣਾ ਜਾਂ ਆਪਣੇ ਉਹ ਲੇਜ਼ਿਸ ਵਗੈਰਾ ਬੂਟਸ ਉਹਨਾਂ ਦੇ ਵਿੱਚ ਬੂਟ ਦੇ ਵਿੱਚ ਲਗਾਉਣੇ, ਇਹ ਸਾਰੇ ਕੀ ਨੇ, ਫਾਈਨ ਮੋਟਰ ਸਕਿੱਲਸ ਨੇ। ਫਾਈਨ ਮੋਟਰ ਇਜ਼ ਦਾ ਕੋਆਰਡੀਨੇਸ਼ਨ ਆਫ ਸਮਾਲ ਮਸਲਸ ਇਨ ਮੂਵਮੈਂਟ ਯੂਜ਼ਲੀ ਇਨਵੋਲਵਿੰਗ ਦਾ ਸਿੰਕਰੋਨਾਈਜ਼ਿੰਗ ਆਫ ਹੈਂਡ ਐਂਡ ਫਿੰਗਰ ਵਿਦ ਦ ਆਈ, ਐਬਿਲਿਟੀ ਰਿਕੁਆਇਰਡ ਟੂ ਕੰਟਰੋਲ ਸਮਾਲ ਮੂਵਮੈਂਟਸ ਯੂਜ਼ਿੰਗ ਫਿੰਗਰ ਐਂਡ ਟੋ। ਉਂਗਲੀਆਂ ਅੰਗੂਠਿਆਂ ਦੇ ਨਾਲ ਛੋਟੇ ਛੋਟੇ ਕੰਮ ਜਿਨ੍ਹਾਂ ਦੇ ਵਿੱਚ ਪਰਫੈਕਟਨੈਸ ਜ਼ਿਆਦਾ ਚਾਹੀਦੀ ਹੈ ਉਹਨਾਂ ਨੂੰ ਆਪਾਂ ਬੋਲਦੇ ਹਾਂ ਫਾਈਨ ਮੋਟਰ ਸਕਿੱਲਸ। ਐਕਚੁਅਲੀ
ਗਰੋਸ ਮੋਟਰ ਸਕਿੱਲਸ ਦੇ ਨਾਲੋਂ ਜ਼ਿਆਦਾ ਬੈਸਟ ਹੁੰਦੀਆਂ ਨੇ ਫਾਈਨ ਮੋਟਰ ਸਕਿੱਲਸ। ਪਹਿਲਾਂ ਗਰੋਸ ਮੋਟਰ ਸਕਿੱਲ ਬੱਚਾ ਸਿੱਖਦਾ ਹੈ, ਫਿਰ ਉਹਨਾਂ ਤੋਂ ਬਾਅਦ ਜਦੋਂ ਉਹਦੇ ਮਸਲਸ ਹੋਰ ਉਸ ਦੀ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਫਿਰ ਫਾਈਨ ਮੋਟਰ ਸਕਿੱਲਸ ਨੂੰ ਜਿਹੜਾ ਉਹ ਸਿੱਖ ਲੈਂਦਾ ਹੈ। ਦੇਖੋ ਇਹ ਐਗਜ਼ਾਮਪਲ ਹੈ ਇੱਕ ਗਰੋਸ ਮੋਟਰ ਸਕਿੱਲਸ ਦੀ। ਦੇਖੋ ਬੱਚਾ ਫੁੱਟਬਾਲ ਨਾਲ ਖੇਡ ਰਿਹਾ ਹੈ, ਸਾਈਕਲ ਚਲਾ ਰਿਹਾ ਜਾਂ ਉਹ ਨੱਚ ਟੱਪ ਰਿਹਾ ਹੈ, ਇਹ ਸਾਰੀਆਂ ਚੀਜ਼ਾਂ ਕੀ ਨੇ, ਇਹ ਹੈਗੇ ਨੇ ਗਰੋਸ ਮੋਟਰ ਸਕਿੱਲਸ। ਔਰ ਇਹ ਦੇਖੋ ਇਹ ਨੇ ਤੁਹਾਡੀਆਂ ਉਹ ਦੂਸਰੀਆਂ ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ ਫਾਈਨ ਮੋਟਰ ਸਕਿੱਲਸ। ਪੇਂਟਿੰਗ ਵਗੈਰਾ ਬਣਾ ਰਿਹਾ ਜਾਂ ਉਸ ਹੱਥਾਂ ਦੇ ਨਾਲ ਦੇਖੋ ਇਹ ਚੀਜ਼ਾਂ ਜਿਹੜੀਆਂ ਕਰ ਰਿਹਾ, ਇਹਨਾਂ ਦੇ ਲਈ ਬੱਚੇ ਦੀਆਂ ਫਾਈਨ ਮੋਟਰ ਸਕਿੱਲਸ ਜਿਹੜੀਆਂ ਨੇ ਉਹ ਡਿਵੈਲਪ ਹੋਣੀਆਂ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ, ਔਰ ਇਹ ਬਾਅਦ ਵਿੱਚ ਹੁੰਦੀਆਂ ਨੇ ਜਦੋਂ ਪਹਿਲਾਂ ਜਿਹੜੀਆਂ ਨੇ ਉਹ ਗਰੋਸ ਮੋਟਰ ਸਕਿੱਲਸ ਜਿਹੜੀਆਂ ਉਹ ਬੱਚਾ ਡਿਵੈਲਪ ਕਰਦਾ ਹੈ। ਨੈਕਸਟ ਆ ਜਾਂਦਾ ਜੀ ਕੋਗਨੇਟਿਵ ਡੋਮੇਨ। ਇਹ ਬੇਟੇ ਸਾਡੇ ਦਿਮਾਗ ਦੇ ਨਾਲ ਰਿਲੇਟ ਰੱਖਦਾ ਹੈ। ਓਕੇ, ਕੋਗਨੇਟਿਵ ਡਿਵੈਲਪਮੈਂਟ ਇਨਵੋਲਵ ਹਾਊ ਚਿਲਡਰਨ ਥਿੰਕ, ਉਹ ਕਿਵੇਂ ਸੋਚਦੇ ਨੇ, ਕਿਵੇਂ ਐਕਸਪਲੋਰ ਕਰਦੇ ਨੇ ਐਂਡ ਫਿਗਰ ਥਿੰਗਸ ਆਊਟ, ਔਰ ਕਿਵੇਂ ਉਹਨਾਂ ਦੇ ਸਾਹਮਣੇ ਜੋ ਸਿਚੁਏਸ਼ਨਸ ਆਉਂਦੀਆਂ ਨੇ ਉਹਨਾਂ ਨੂੰ ਉਹ ਕਿਸ ਤਰੀਕੇ ਨਾਲ ਡੀਲ ਕਰਦੇ ਨੇ। ਦਿਸ ਡੋਮੇਨ ਇਨਕਲੂਡ ਦ ਡਿਵੈਲਪਮੈਂਟ ਆਫ ਨੌਲੇਜ ਐਂਡ ਸਕਿੱਲਸ ਇਨ ਮੈਥ, ਸਾਇੰਸ, ਸੋਸ਼ਲ ਸਟੱਡੀਜ਼ ਐਂਡ ਕ੍ਰੀਏਟਿਵ ਆਰਟਸ। ਇਹਦੇ ਵਿੱਚ ਬੱਚੇ ਦੀ ਆਪਣੀ ਡਿਵੈਲਪਮੈਂਟ ਆਉਂਦੀ ਹੈ, ਉਸਦੇ ਦਿਮਾਗ ਦੀ ਡਿਵੈਲਪਮੈਂਟ ਆਉਂਦੀ ਹੈ। ਜਦੋਂ ਉਹਦੇ ਸਾਹਮਣੇ ਕੁਝ ਸਿਚੁਏਸ਼ਨਸ ਆਉਂਦੀਆਂ ਨੇ ਤਾਂ ਉਹਨਾਂ ਸਿਚੁਏਸ਼ਨਸ ਦੇ ਨਾਲ ਉਹ ਕਿਵੇਂ ਫੇਸ ਕਰਦਾ ਹੈ, ਉਹ ਠੀਕ ਹੈ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਇਹਨਾਂ ਨੂੰ ਆਪਾਂ ਬੋਲਦੇ ਹਾਂ ਕੋਗਨੇਟਿਵ ਡੋਮੇਨ। ਲੈਂਗੁਏਜ ਦੇਖੋ ਆਪਾਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਕਿ ਆਪਣੇ ਜੋ ਵੀ ਤੁਹਾਡੀਆਂ ਫੀਲਿੰਗਸ ਹੁੰਦੀਆਂ ਨੇ ਦੂਸਰਿਆਂ ਤੱਕ ਪਹੁੰਚਾਉਣ ਦੇ ਲਈ ਸਾਨੂੰ ਜਿਹੜੇ ਨੇ ਕੁਝ ਮੀਡੀਅਮਸ ਦੀ ਜ਼ਰੂਰਤ ਪੈਂਦੀ ਹੈ, ਔਰ ਲੈਂਗੁਏਜ ਉਹਨਾਂ ਦੇ ਵਿੱਚੋਂ ਪਰਫੈਕਟ ਫਾਈਨ ਮੀਡੀਅਮ ਹੈ ਰਾਜੇ। ਓਕੇ, language development involve the development of skills used to communicate with other through languages। ਭਾਸ਼ਾਵਾਂ ਦੇ ਨਾਲ ਜਦੋਂ ਆਪਾਂ ਕਿਸੇ ਦੂਜੇ ਨਾਲ ਜਿਹੜਾ ਉਹ ਡੀਲ ਕਰਦੇ ਹਾਂ ਉਸ ਨੂੰ ਆਪਾਂ ਲੈਂਗੁਏਜ ਬੋਲਦੇ ਹਾਂ। ਦੇਖੋ ਇਹਦੇ ਵਿੱਚ 4 ਚੀਜ਼ਾਂ ਆਉਂਦੀਆਂ ਨੇ ਰਾਜੇ। ਇਨਪੁਟ, ਜੋ ਵੀ ਤੁਸੀਂ ਸੁਣਦੇ ਹੋ ਕੰਨਾਂ ਦੇ ਨਾਲ ਉਹ ਤੁਹਾਡੀ ਇਨਪੁਟ ਹੋ ਜਾਂਦੀ ਹੈ। ਉਸ ਤੋਂ ਬਾਅਦ ਜੋ ਤੁਸੀਂ ਬੋਲ ਕੇ ਕਿਸੇ ਦੂਸਰੇ ਨੂੰ ਕਹਿੰਦੇ ਹੋ ਤਾਂ ਆਊਟਪੁੱਟ ਹੋ ਜਾਂਦੀ ਹੈ। ਇਹ ਆ ਜਾਂਦੀਆਂ ਨੇ ਲਿਸਨਿੰਗ ਐਂਡ ਸਪੀਕਿੰਗ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਦੇਖੋ ਰੀਡਿੰਗ, ਇਹ ਵੀ ਇੱਕ ਤੁਹਾਡੀ ਇਨਪੁਟ ਹੈ, ਠੀਕ ਹੈ। ਔਰ ਰਾਈਟਿੰਗ, ਇਹ ਵੀ ਤੁਹਾਡੀ ਕੀ ਹੈ, ਇੱਕ ਤਰ੍ਹਾਂ ਦੀ ਆਊਟਪੁੱਟ ਪ੍ਰੋਸੈਸ ਹੈ। ਤਾਂ ਇਹ ਸਾਰੀਆਂ ਬੱਚੇ ਦੇਖੋ ਸਭ ਤੋਂ ਪਹਿਲਾਂ ਬੱਚਾ ਜਿਹੜਾ ਹੈ ਉਹ ਕੀ ਸਿੱਖਦਾ ਹੈ, ਸਭ ਤੋਂ ਪਹਿਲਾਂ ਉਹ ਲਿਸਨਿੰਗ ਕਰਦਾ ਹੈ, ਰਾਈਟ। ਲਿਸਨਿੰਗ, ਉਸ ਨੂੰ ਜਦੋਂ ਉਹ ਸ਼ਬਦ ਸੁਣਦਾ ਹੈ ਫਿਰ ਹੌਲੀ ਹੌਲੀ ਉਹਨਾਂ ਸ਼ਬਦਾਂ ਨੂੰ ਬੋਲਣ ਦੀ ਕੋਸ਼ਿਸ਼ ਕਰਦਾ ਹੈ, ਰਾਈਟ। ਉਹ ਜੋ ਸੁਣਦਾ ਹੈ ਉਹੀ ਬੋਲਦਾ ਹੈ, ਰਾਈਟ। ਉਸ ਤੋਂ ਬਾਅਦ ਫਿਰ ਜਦੋਂ ਉਹ ਸਕੂਲ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ ਉਸਦੀਆਂ ਕਲਾਸ ਟੀਚਰਸ ਜਿਹੜੀਆਂ ਨੇ ਉਹ ਹੌਲੀ ਹੌਲੀ ਉਹਨੂੰ ਪੜ੍ਹਾਉਣਾ ਸ਼ੁਰੂ ਕਰਦੀਆਂ ਨੇ, ਬੇਟਾ ਦਿਸ ਇਜ਼ ਏ, ਦਿਸ ਇਜ਼ ਬੀ, ਦਿਸ ਇਜ਼ ਸੀ, ਦਿਸ ਇਜ਼ 1, ਦਿਸ ਇਜ਼ 2, ਦਿਸ ਇਜ਼ 3। ਤਾਂ ਜਦੋਂ ਉਹਨਾਂ ਨੂੰ ਰੀਡ ਕਰਦਾ ਹੈ ਉਸ ਤੋਂ ਬਾਅਦ ਉਹ ਨਾਲ ਦੀ ਨਾਲ ਹੀ ਰਾਈਟਿੰਗ ਸਿੱਖ ਜਾਂਦਾ ਹੈ। ਤਾਂ ਹੌਲੀ ਹੌਲੀ ਇੱਕ ਪ੍ਰੋਸੈਸ ਨੇ ਜਿਨ੍ਹਾਂ ਦੇ ਨਾਲ ਉਹ ਲੈਂਗੁਏਜ ਸਿੱਖਦਾ ਹੈ ਔਰ ਆਪਣੇ ਆਪ ਨੂੰ ਡਿਵੈਲਪ ਕਰਦਾ ਹੈ ਫਰਦਰ ਅੱਗੇ ਦੇ ਲਈ। ਸੋਸ਼ਲ ਐਂਡ ਇਮੋਸ਼ਨਲ ਡਿਵੈਲਪਮੈਂਟ। ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦਾ ਅਰਥ ਹੈ ਕਿ ਕਿਵੇਂ ਬੱਚੇ ਸਮਝਣ ਲੱਗਦੇ ਹਨ ਕਿ ਉਹ ਕੌਣ ਹਨ, ਉਹ ਕੀ ਮਹਿਸੂਸ ਕਰ ਰਹੇ ਹਨ, ਦੂਜਿਆਂ ਨਾਲ ਗੱਲਬਾਤ ਕਰਦੇ ਸਮੇਂ ਉਹਨਾਂ ਦੇ ਨਾਲ ਉਹਨਾਂ ਦੀ ਜੋ ਡੀਲਿੰਗ ਹੈ, ਉਹਨਾਂ ਦੇ ਹਾਵ ਪ੍ਰਭਾਵ ਨੇ, ਉਹ ਸਾਰਾ ਕੁਝ ਇਹਦੇ ਵਿੱਚ ਆਉਂਦਾ ਹੈ ਡਿਵੈਲਪਮੈਂਟ ਦੇ ਵਿੱਚ, ਇਹ ਸੋਸ਼ਲ ਔਰ ਇਮੋਸ਼ਨਲ ਦੇ ਵਿੱਚ। ਸੋਸ਼ਲ ਐਂਡ ਇਮੋਸ਼ਨਲ ਡਿਵੈਲਪਮੈਂਟ ਮੀਨਸ ਹਾਊ ਚਿਲਡਰਨ ਸਟਾਰਟ ਟੂ ਅੰਡਰਸਟੈਂਡ ਹੂ ਦੇ ਆਰ, what they are feeling and what to expect when interacting with others. It is the development of being able to ਕਾਹਦੇ ਲਈ ਜੀ, form and sustain positive relationship, experience, manage and express emotion। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਆਉਂਦੀਆਂ ਨੇ। ਦੇਖੋ ਆਪਾਂ ਆਮ ਹੀ ਦੇਖਦੇ ਹਾਂ ਬੱਚੇ ਜਿਹੜੇ ਨੇ ਉਹ ਆਪਣੇ ਪੇਰੈਂਟਸ ਨਾਲ ਔਰ ਆਪਣੇ ਪੀਅਰ ਗਰੁੱਪ ਨੂੰ ਪਸੰਦ ਕਰਦੇ ਨੇ, ਜਿਹੜੀਆਂ ਚੀਜ਼ਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਨੇ ਉਹਨਾਂ ਨਾਲ ਰਹਿਣਾ ਸ਼ੁਰੂ ਕਰਦੇ ਨੇ, ਉਹ ਪੋਜ਼ੈਸਿਵ ਹੁੰਦੇ ਨੇ ਹੌਲੀ ਹੌਲੀ। ਤਾਂ ਇਸ ਚੀਜ਼ਾਂ ਦੇ ਨਾਲ ਜਿਹੜਾ ਹੈ ਉਹ ਸਿੱਖ ਰਹੇ ਨੇ, ਉਹਨਾਂ ਦਾ ਇਮੋਸ਼ਨਲ ਡਿਵੈਲਪਮੈਂਟ ਹੋ ਰਹੀ ਹੈ। ਆਪਣੇ ਲਈ ਇੱਕ ਬੜੀ ਛੋਟੀ ਜਿਹੀ ਐਗਜ਼ਾਮਪਲ ਹੈ, ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਤਾਂ ਆਪਾਂ ਆਪਣੇ ਬ੍ਰਦਰ ਜਾਂ ਸਿਸਟਰ ਦੇ ਨਾਲ ਕੀ ਕਰਦੇ ਹੁੰਦੇ ਸੀ ਕਿ ਨਹੀਂ ਇਹ ਮੇਰੇ ਹੀ ਮੰਮਾ ਨੇ, ਨਹੀਂ ਇਹ ਮੇਰੇ ਹੀ ਪਾਪਾ ਨੇ। ਤੁਸੀਂ ਕੀ ਹੋ ਰਿਹਾ, ਬੱਚੇ ਦੇ ਇਮੋਸ਼ਨਸ ਜਿਹੜੇ ਨੇ ਡਿਵੈਲਪ ਹੋ ਰਹੇ ਨੇ ਆਪਣੇ ਪੇਰੈਂਟਸ ਦੇ ਨਾਲ। ਤਾਂ ਹਰ ਬੱਚੇ ਨੂੰ ਇਹ ਲੱਗ ਰਿਹਾ ਕਿ ਇਹ ਪੇਰੈਂਟਸ ਮੇਰੇ ਨੇ, ਤਾਂ ਉਹ ਆਪਾਂ ਬ੍ਰਦਰ ਸਿਸਟਰ ਨਿੱਕੇ ਹੁੰਦੇ ਇਹ ਚੀਜ਼ ਕਰਦੇ ਹੁੰਦੇ ਸੀ ਨਾ, ਤਾਂ ਉਹ ਕਿਸ ਚੀਜ਼ ਦਾ ਪਾਰਟ ਹੈ ਰਾਜੇ, ਉਹ ਸਾਡੇ ਸੋਸ਼ਲ ਔਰ ਇਮੋਸ਼ਨਲ ਡਿਵੈਲਪਮੈਂਟ ਦਾ ਇੱਕ ਪਾਰਟ ਹੈ ਜੀ। ਇਟਸ ਵੈਰੀ ਇੰਪੋਰਟੈਂਟ। ਪ੍ਰਿੰਸੀਪਲ ਆਫ ਡਿਵੈਲਪਮੈਂਟ ਜਿਹੜੇ ਨੇ ਇਹਨਾਂ ਤੋਂ ਕਾਫੀ ਸਾਰੇ ਕੁਐਸਚਨਸ ਆਉਂਦੇ ਨੇ, ਇਹਨਾਂ ਦੇ ਬਾਰੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਨੇ ਉਹ ਸਵਾਲ ਬਣਦੇ ਨੇ ਇੱਥੋਂ, ਔਰ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਨੇ। ਇਹਨਾਂ ਨੂੰ 1 ਬਾਏ 1 ਆਪਾਂ ਇੱਕ ਪੂਰੀ ਵੱਖਰੀ ਸੈਪਰੇਟ ਵੀਡੀਓ ਦੇ ਵਿੱਚ ਬੇਟਾ ਆਪਾਂ ਡਿਸਕਸ ਵੀ ਕਰਾਂਗੇ। ਇੱਥੇ ਜਸਟ ਇੱਕ ਓਵਰਵਿਊ ਦੇਵਾਂਗਾ ਤੁਹਾਨੂੰ।
ਆਲ ਡੋਮੇਨਸ ਇੰਟਰਰਿਲੇਟਡ। ਤਾਂ ਜਿਹੜੇ ਆਪਾਂ ਪਿੱਛੇ ਡੋਮੇਨ ਚੈੱਕ ਕਰਕੇ ਆਏ ਫਿਜ਼ੀਕਲ, ਕੋਗਨੀਟਿਵ, ਇਮੋਸ਼ਨਲ ਡਿਵੈਲਪਮੈਂਟ, ਲੈਂਗੁਏਜ ਵਾਲੇ, ਉਹ ਸਾਰੇ ਇੱਕ ਦੂਜੇ ਨਾਲ ਰਿਲੇਟਡ ਨੇ। ਇੱਕ ਚੀਜ਼ ਡਿਵੈਲਪਮੈਂਟ ਹੋ ਰਹੀ ਹੈ ਤਾਂ ਦੂਸਰੇ ਦੇ ਵਿੱਚ ਵੀ ਚੀਜ਼ਾਂ ਜਿਹੜੀਆਂ ਉਹ ਡਿਵੈਲਪ ਕਰ ਰਿਹਾ। ਦੇਖੋ ਅਗਰ ਫਿਜ਼ੀਕਲੀ ਡੋਮੇਨ ਔਰ ਕੋਗਨੀਟਿਵ ਡੋਮੇਨਸ ਦੀ ਜਾਂ ਲੈਂਗੁਏਜ ਡੋਮੇਨ ਦੀ ਗੱਲ ਕਰਦੇ ਹਾਂ ਤਾਂ ਬੱਚਾ ਜੇਕਰ ਪਹਿਲਾਂ ਵੱਡਾ ਹੋ ਰਿਹਾ ਹੈ, ਚੰਗੀ ਤਰ੍ਹਾਂ ਨਾਲ ਉਹਦਾ ਸਰੀਰ ਵੱਧ ਫੁੱਲ ਰਿਹਾ ਹੈ, ਤਦ ਹੀ ਉਹ ਜਿਹੜੀਆਂ ਨੇ ਕੋਗਨੀਟਿਵ ਚੀਜ਼ ਹੈ ਜਿਹੜੀ ਡਿਵੈਲਪਮੈਂਟ ਉਸਦੇ ਡੋਮੇਨ ਦੀ ਵਧੀਆ ਹੋ ਰਹੀ ਹੈ, ਤਦ ਹੀ ਉਹ ਲੈਂਗੁਏਜ ਨੂੰ ਚੰਗੀ ਤਰ੍ਹਾਂ ਨਾਲ ਸਿੱਖ ਰਿਹਾ ਹੈ। ਅਗਰ ਬੱਚਾ ਕਮਜ਼ੋਰ ਹੈ ਤਾਂ ਉਸਦੀ ਜ਼ੁਬਾਨ ਜਿਹੜੀ ਉਹ ਚੰਗੀ ਤਰ੍ਹਾਂ ਨਾਲ ਪ੍ਰੋਨਾਊਂਸ ਨਹੀਂ ਕਰ ਪਾਉਂਦੀ, ਸ਼ਬਦਾਂ ਨੂੰ ਉਹ ਚੰਗੀ ਤਰ੍ਹਾਂ ਨਾਲ ਬੋਲ ਨਹੀਂ ਪਾਉਂਦਾ। ਮਤਲਬ ਕਹਿਣ ਦਾ ਇਹ ਬੇਟੇ ਕਿ ਉਹ ਸਾਰੇ ਡੋਮੇਨ ਇੱਕ ਦੂਜੇ ਨਾਲ ਇੰਟਰ ਰਿਲੇਟਡ ਨੇ। ਅਗਰ ਉਹ ਉਸ ਦਾ ਕਿਸੇ ਇੱਕ ਡੋਮੇਨ ਦੇ ਵਿੱਚ ਦਿੱਕਤ ਹੈ ਤਾਂ ਦੂਸਰੇ ਡੋਮੇਨ ਦੀ ਡਿਵੈਲਪਮੈਂਟ ਜਿਹੜੀ ਉਹ ਵੀ ਪ੍ਰਭਾਵਿਤ ਹੋਏਗੀ। ਔਰ ਇੱਥੇ ਹੀ ਸਾਨੂੰ ਜਿਹੜੀਆਂ ਨੇ ਦਿੱਕਤਾਂ ਆਉਂਦੀਆਂ ਨੇ ਟੀਚਰਸ ਨੂੰ ਕਲਾਸ ਦੇ ਵਿੱਚ, ਰੀਅਲ ਲਾਈਫ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ, ਇੱਥੇ ਹੀ ਸਾਨੂੰ ਜਿਹੜੀਆਂ ਨੇ ਉਹ ਸਟੂਡੈਂਟਸ ਦੇ ਨਾਲ ਪ੍ਰੋਬਲਮਸ ਨੂੰ ਫੇਸ ਕਰਨਾ ਪੈਂਦਾ ਹੈ। ਮੇਨ ਚੀਜ਼ ਡਿਵੈਲਪਮੈਂਟ ਦੇ ਵਿੱਚ, ਔਰ ਇਸ ਪੁਆਇੰਟ ਤੋਂ ਬਹੁਤ ਵਾਰ ਕੁਐਸਚਨ ਆਉਂਦੇ ਨੇ ਜੀ ਬੜੇ ਜ਼ਿਆਦਾ, ਕਿ ਜਿਹੜੀ ਡਿਵੈਲਪਮੈਂਟ ਹੈ ਜਾਂ ਗਰੋਥ ਹੈ ਉਹਦੇ ਉੱਪਰ ਕਿਸ ਚੀਜ਼ ਦਾ ਇਫੈਕਟ ਹੁੰਦਾ ਹੈ, ਡਿਵੈਲਪਮੈਂਟ ਦੇ ਉੱਪਰ ਕਿਹੜੀ ਚੀਜ਼ ਦਾ ਇਫੈਕਟ ਆਉਂਦਾ ਹੈ। ਬੋਥ ਹੈਰੀਡੇਟਰੀ ਐਂਡ এনवायरमेंट, ਤੁਸੀਂ ਕਿਸ ਫੈਮਿਲੀ ਦੇ ਵਿੱਚੋਂ, ਤੁਹਾਡੇ ਪੇਰੈਂਟਸ ਦੇ ਜੀਨ ਕਿਵੇਂ ਦੇ ਨੇ ਉਹ ਚੀਜ਼, ਔਰ ਕਿਸ এনवायरमेंट ਦੇ ਵਿੱਚੋਂ ਆ ਰਹੇ ਉਹ ਚੀਜ਼, ਇਹ ਦੋਨੋਂ ਹੀ ਤੁਹਾਡੀ ਡਿਵੈਲਪਮੈਂਟ ਦੇ ਉੱਪਰ ਬਹੁਤ ਬਹੁਤ ਜ਼ਿਆਦਾ ਅਸਰ ਪਾਉਂਦੀਆਂ ਨੇ। ਦੇਖੋ ਬੇਟਾ, ਇੱਕ ਬੜੀ ਸਿੰਪਲ ਜੀ ਗੱਲ ਹੈ ਰਾਜੇ, ਬੱਚੇ ਹਮੇਸ਼ਾ ਉਹ ਚੀਜ਼ ਕਰਦੇ ਨੇ ਜੋ ਵੱਡੇ ਕਰ ਰਹੇ ਹੁੰਦੇ ਨੇ, ਨਾ ਕਿ ਉਹ ਜੋ ਵੱਡੇ ਉਹਨਾਂ ਨੂੰ ਕਹਿੰਦੇ ਨੇ। ਅਸੀਂ ਉਹਨਾਂ ਨੂੰ ਬੋਲਦੇ ਹਾਂ ਬੇਟਾ ਪਿਆਰ ਨਾਲ ਗੱਲ ਕਰੋ, ਲੇਕਿਨ ਖੁਦ ਜਿਹੜੇ ਨੇ ਉਹ ਪੇਰੈਂਟਸ ਜਿਹੜੇ ਆਪਸ 'ਚ ਲੜਾਈ ਝਗੜਾ ਕਰ ਰਹੇ ਨੇ ਤਾਂ ਬੱਚੇ ਚੰਗੀ ਤਰ੍ਹਾਂ ਨਾਲ ਨਹੀਂ ਬੋਲਣਗੇ। ਉਹ ਜਿਵੇਂ ਪੇਰੈਂਟਸ ਨੂੰ ਦੇਖਦੇ ਉਵੇਂ ਹੀ ਕਰਨਗੇ। ਕਹਿਣ ਦਾ ਮਤਲਬ ਬੱਚੇ ਉਹ ਚੀਜ਼ ਨਹੀਂ ਕਰਦੇ ਜੋ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਬੱਚੇ ਉਹ ਕਰਦੇ ਨੇ ਜੋ ਚੀਜ਼ ਅਸੀਂ ਉਹਨਾਂ ਦੇ ਸਾਹਮਣੇ ਕਰ ਰਹੇ ਹਾਂ। ਅਸੀਂ ਜਿਵੇਂ ਦਾ ਬਿਹੇਵ ਆਪਸ ਵਿੱਚ ਕਰ ਰਹੇ ਹਾਂ, ਬੱਚੇ ਉਸ ਚੀਜ਼ ਨੂੰ ਫੋਲੋ ਕਰਦੇ ਨੇ। ਫੋਰ ਐਗਜ਼ਾਮਪਲ ਆਪਾਂ ਦੇਖਦੇ ਹਾਂ ਕੋਈ ਟੀਚਰ ਸਕੂਲ ਵਿੱਚ ਆਉਂਦਾ ਹੈ ਜੀ, ਉਹ ਆਪਣੇ ਕੁਲੀਗ ਨੂੰ ਜਿਹੜਾ ਹੈ ਵਿਸ਼ ਨਹੀਂ ਕਰਦਾ ਆਉਂਦੇ ਟਾਈਮ ਜਾਂ ਜਾਂਦੇ ਟਾਈਮ, ਤਾਂ ਬੱਚੇ ਵੀ ਉਸ ਨੂੰ ਦੇਖ ਰਹੇ ਨੇ, ਉਹਨਾਂ ਦੇ ਉੱਪਰ ਵੀ ਉਸ ਚੀਜ਼ ਦਾ ਅਸਰ ਪੈਂਦਾ ਹੈ। ਬੱਚਿਆਂ ਦੇ ਨਾਲ ਡੀਲ ਕਰਦੇ ਟਾਈਮ ਸਾਨੂੰ ਬਹੁਤ ਜ਼ਿਆਦਾ ਸੈਂਸਿਟਿਵ ਰਹਿਣਾ ਪੈਂਦਾ ਹੈ। ਸਾਨੂੰ ਉਹਨਾਂ ਦੇ ਲੈਵਲ 'ਤੇ ਜਾ ਕੇ ਜਿਹੜਾ ਹੈ ਉਹ ਚੀਜ਼ਾਂ ਨੂੰ ਸੋਚਣਾ ਪੈਂਦਾ ਹੈ, ਰਾਈਟ। ਤਾਂ ਸਾਡੀ ਜਿਹੜੀ ਵੀ ਡਿਵੈਲਪਮੈਂਟ ਇਹ 'ਤੇ ਦੋ ਚੀਜ਼ਾਂ ਦਾ ਅਸਰ ਪੈਂਦਾ ਹੈ, ਹੈਰੀਡੇਟਰੀ ਔਰ এনवायरमेंट। ਇਹ ਦੋਨਾਂ ਨੂੰ ਇਹਦੇ ਵਿੱਚ ਆਉਂਦੀਆਂ ਨੇ। ਅੱਗੇ ਆਪਾਂ ਇਹਨਾਂ ਨੂੰ ਡਿਟੇਲ ਵਾਈਜ਼ ਜਦੋਂ ਆਪਾਂ ਸੈਕਿੰਡ ਵੀਡੀਓ ਦੇ ਵਿੱਚ ਬੇਟੇ ਗੱਲ ਕਰਾਂਗੇ ਉੱਥੇ ਇਹਨੂੰ ਡਿਟੇਲ 'ਚ ਡਿਸਕਸ ਕਰਾਂਗੇ। ਡਿਵੈਲਪਮੈਂਟ ਫੋਲੋਜ਼ ਐਨ ਆਰਡਰਲੀ ਫੈਸ਼ਨ, ਮਤਲਬ ਇਹ ਇੱਕ ਕੰਟੀਨਿਊ ਪ੍ਰੋਸੈਸ ਦੀ ਤਰ੍ਹਾਂ ਚੱਲਦਾ ਹੈ। ਮਤਲਬ ਇੱਕ ਸੀਕੁਐਂਸ ਹੈ, ਉਸ ਸੀਕੁਐਂਸ ਦੇ ਵਿੱਚ ਦੀ ਹੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਕੇ ਹੁੰਦੀਆਂ ਨੇ। ਡਿਵੈਲਪਮੈਂਟ ਪ੍ਰੋਸੀਡ ਫਰੋਮ ਜਰਨਲ ਟੂ ਸਪੈਸੀਫਿਕ, ਰੇਟ ਆਫ ਡਿਵੈਲਪਮੈਂਟ ਵਰੀਜ਼ ਅਮੰਗ ਚਿਲਡਰਨ। ਜਿਹੜੇ ਬੱਚੇ ਨੇ ਡਿਫਰੈਂਟ ਬੱਚਿਆਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਦਾ ਜਿਹੜਾ ਉਹ ਰੇਟ ਹੈ ਉਹ ਵੀ ਵੱਖਰੀ ਵੱਖਰੀ ਹੋਏਗੀ। ਕਿਉਂਕਿ ਸਾਰਿਆਂ ਦੀ ਜਿਹੜੀ ਹੈਰੀਡੇਟਰੀ ਹੈ ਔਰ এনवायरमेंट ਹੈ ਉਹ ਵੱਖਰਾ ਵੱਖਰਾ ਹੈ ਬੇਟੇ, ਉਹ ਵੱਖਰਾ ਵੱਖਰਾ ਹੈ। ਤਾਂ ਇਸ ਲਈ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਦੀ ਰੇਟ ਹੈ ਨਾ ਉਹ ਵੀ ਵੱਖਰੀ ਵੱਖਰੀ ਹੋਏਗੀ। ਉਹ ਸਾਰੇ ਇੱਕੋ ਜਿਹੇ ਨਹੀਂ ਵਧਣਗੇ। ਸਪੋਜ਼ ਕੋਈ ਬੱਚਾ ਹੁੰਦਾ ਹੈ ਉਹ ਬਹੁਤ ਲੰਮਾ ਹੁੰਦਾ ਹੈ ਔਰ ਇੱਕ ਬੱਚਾ ਹੈ ਕਲਾਸ ਦੇ ਵਿੱਚ ਉਸ ਦੀ ਹਾਈਟ ਬਹੁਤ ਛੋਟੀ ਹੈ, ਉਹ ਡਿਫਰੈਂਸ ਕਿਉਂ ਹੈ? ਏਜ ਸੇਮ ਹੈ ਉਹਨਾਂ ਦਾ, ਬਟ ਡਿਫਰੈਂਸ ਕਿਉਂ ਹੈ? ਡਿਫਰੈਂਸ ਹੈ ਉਹਨਾਂ ਦੀ ਹੈਰੀਡਿਟੀ ਔਰ এনवायरमेंट ਦੇ ਵਿੱਚ, ਜੋ ਜੀਨਸ ਨੇ ਉਹਨਾਂ ਦੇ ਵਿੱਚ ਡਿਫਰੈਂਸ ਹੈ। ਇਸ ਲਈ ਇਹਨਾਂ ਦੀ ਰੇਟ ਆਫ ਡਿਵੈਲਪਮੈਂਟ ਡਿਫਰੈਂਟ ਹੁੰਦੀ ਹੈ ਡਿਫਰੈਂਟ ਬੱਚੇ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਜਿਹੜਾ ਆ ਜਾਂਦਾ ਹੈ ਡਿਵੈਲਪਮੈਂਟ ਆਫ ਕੰਟੀਨਿਊਸ ਪ੍ਰੋਸੈਸ। ਡਿਵੈਲਪਮੈਂਟ ਜਿਹੜੀ ਹੈ ਨਾ ਉਹ ਇੱਕ ਕੰਟੀਨਿਊ ਪ੍ਰੋਸੈਸ ਹੈ ਔਰ ਹਮੇਸ਼ਾ ਚੱਲਦਾ ਰਹਿੰਦਾ ਹੈ। ਆਪਾਂ ਪਹਿਲਾਂ ਇਸ ਨੂੰ ਡਿਸਕਸ ਕੀਤਾ, ਮਰਦ ਦੇ ਟਾਈਮ ਤੱਕ ਜਿਹੜਾ ਇਹ ਚੀਜ਼ ਜਿਹੜੀ ਉਹ ਚੱਲਦੀ ਰਹਿੰਦੀ ਹੈ। ਦੇਖੋ ਇਹਦੇ ਵਿੱਚ ਵੀ ਆਪਾਂ ਨੂੰ ਉਹਨਾਂ ਨੇ ਦੱਸਿਆ ਹੋਇਆ ਡਿਵੈਲਪਮੈਂਟ ਪ੍ਰੋਸੀਡਿੰਗ ਫਰੋਮ ਜਰਨਲ ਟੂ ਸਪੈਸੀਫਿਕ ਦਾ ਕੀ ਮਤਲਬ ਹੈ ਕਿ ਬੱਚਾ ਜਿਹੜਾ ਹੈ ਉਹ ਹੌਲੀ ਹੌਲੀ ਆਪਣੀਆਂ ਚੀਜ਼ਾਂ ਨੂੰ ਕਰਨ ਦੀ ਜਿਹੜੀ ਉਹ ਜਾਂਚ ਸਿੱਖਦਾ ਹੈ। ਪਹਿਲਾਂ ਜ਼ਿਆਦਾ ਮਤਲਬ ਉਹਨੂੰ ਗ੍ਰੋਸ ਮੋਟਰ ਸਕਿੱਲਸ ਵਰਕ ਕਰਦੀਆਂ ਨੇ, ਫਿਰ ਹੀ ਉਹਦੀਆਂ ਜਿਹੜੀਆਂ ਨੂੰ ਫਾਈਨ ਮੋਟਰ ਵਰਕਸ ਜਿਹੜੀਆਂ ਨੇ ਉਹ ਡਿਵੈਲਪ ਹੁੰਦੀਆਂ ਨੇ ਜੀ। ਦੇयर ਆਰ ਸਮ ਇੰਪੋਰਟੈਂਟ ਟਰਮੀਨੋਲੋਜੀ। ਪ੍ਰੋਕਸੀਮੀਡਿਸਟਲ ਕੀ ਹੁੰਦਾ ਹੈ, ਸੈਫਲਾਕੋਡਲ ਕੀ ਹੁੰਦਾ ਜੀ, ਇੰਟਰਾ ਇੰਡੀਵਿਜੂਅਲ ਔਰ ਇੰਟਰ ਇੰਡੀਵਿਜੂਅਲ ਔਰ ਇੰਟਰਾ ਇੰਡੀਵਿਜੂਅਲ, ਇਹ ਕੀ ਚੀਜ਼ਾਂ ਨੇ। ਪ੍ਰੋਕਸੀਮੀਡਿਸਟਲ ਜਿਹੜੀ ਬੇਟੇ ਹੈ ਤੁਹਾਡੀ ਡਿਵੈਲਪਮੈਂਟ ਇਹ ਕੀ ਹੈ, ਸਿੰਪਲ ਟੂ ਕੰਪਲੈਕਸ। ਦੇਖੋ ਇਹਦੇ ਵਿੱਚ ਕੀ ਹੈ, ਇਹ ਦੇਖੋ ਇਸ ਨੂੰ ਆਪਾਂ ਬੋਲਦੇ ਹਾਂ ਜਰਨਲ ਟੂ ਸਪੈਸੀਫਿਕ ਵਾਲਾ ਪ੍ਰਿੰਸੀਪਲ। ਬੱਚਾ ਪਹਿਲਾਂ ਇਹ ਇਸ ਕਿਊਬ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਉਹਦੇ ਕੋਲ ਚੰਗੀ ਤਰ੍ਹਾਂ ਨਾਲ ਜਿਹੜਾ ਹੈ ਉਹ ਨਹੀਂ ਹੋ ਰਿਹਾ, ਲੇਕਿਨ ਹੌਲੀ ਹੌਲੀ ਕੀ ਕਰਦਾ ਹੈ, ਜਿਵੇਂ ਜਿਵੇਂ ਏਜ ਵੱਧ ਰਹੀ ਹੈ, ਦੇਖੋ 4 ਮੰਥ 6 ਮੰਥ 8 ਮੰਥ ਐਂਡ 1 ਈਅਰ, ਤਾਂ 1 ਈਅਰ ਦੇ ਵਿੱਚ ਜਾ ਕੇ ਉਸਨੂੰ ਪੂਰੀ ਤਰ੍ਹਾਂ ਨਾਲ ਪਤਾ ਚੱਲ ਗਿਆ ਉਸਨੇ ਕਿਊਬ ਨੂੰ ਕਿਸ ਤਰੀਕੇ ਨਾਲ
ਹੋਲਡ ਕਰਨਾ ਹੈ। ਤਾਂ ਇਹ ਕੀ ਹੈ ਜੀ ਰਾਜੇ, ਇਹਨੂੰ ਆਪਾਂ ਬੋਲਦੇ ਹਾਂ ਫਰੋਮ ਜਨਰਲ ਟੂ ਸਪੈਸੀਫਿਕ। ਦੇਖੋ ਪੈਨਸਲ ਨੂੰ ਹੋਲਡ ਕਰਨ ਦੇ ਤਰੀਕੇ ਉਹਨੂੰ ਆ ਰਹੇ ਨੇ ਉਹਨਾਂ ਦੇ ਨਾਲ ਵਧੀਆ ਤਰੀਕੇ ਨਾਲ। ਤਾਂ ਇਹ ਸਾਰੀਆਂ ਚੀਜ਼ਾਂ ਕੀ ਹੈ, ਇਸ ਨੂੰ ਆਪਾਂ ਰੱਖਦੇ ਹਾਂ ਇਹਦੇ ਵਿੱਚ ਸਿੰਪਲ ਟੂ ਕੰਪਲੈਕਸ ਵਰਕ। ਮਤਲਬ ਪਹਿਲਾਂ ਤੁਸੀਂ ਸਿੰਪਲ ਚੀਜ਼ ਕਰਨੀ ਸਿੱਖਦੇ ਹੋ, ਫਿਰ ਹੌਲੀ ਹੌਲੀ ਜਿਹੜਾ ਹੈ ਕੰਪਲੈਕਸਿਟੀ ਜਿਹੜੀ ਉਹ ਉਸ ਨੂੰ ਕਰਨ ਦੇ ਵਿੱਚ ਵੀ ਜਿਹੜੀ ਹੈ ਤੁਹਾਨੂੰ ਉਹ ਹੋ ਜਾਂਦੀ ਹੈ। ਸੈਫਲਾਡੀਕੋਡਲ ਦਾ ਮਤਲਬ ਹੈ ਹੈਡ ਟੂ ਟੋਏ, ਮਤਲਬ ਇੱਕ ਪਰਟੀਕੂਲਰ ਜਿਹੜਾ ਹੈ ਉਹ ਇੱਕ ਪੈਟਰਨ ਹੈ ਜਿਹੜੀ ਨਾ ਡਿਵੈਲਪਮੈਂਟ ਉਸ ਚੀਜ਼ ਨੂੰ ਫੋਲੋ ਕਰਦੀ ਹੈ, ਚਾਹੇ ਉਹ ਕਿਸੇ ਵੀ ਪਾਰਟ ਦੀ ਆਪਾਂ ਗੱਲ ਕਿਉਂ ਨਹੀਂ ਕਰ ਰਹੇ ਵਰਡ ਦੇ ਵਿੱਚ, ਆਪਾਂ ਕਿਸੇ ਵੀ ਕਲਾਸ ਦੀ ਗੱਲ ਕਿਉਂ ਨਹੀਂ ਕਰ ਰਹੇ, ਮਤਲਬ ਕਿਸੇ ਵੀ ਚਾਹੇ ਉਹ ਬੱਚਾ ਯੂਰਪ ਦਾ ਹੈ ਬੇਟੇ, ਚਾਹੇ ਉਹ ਏਸ਼ੀਆ ਕੰਟੀਨੈਂਟ ਤੋਂ ਹੈ, ਚਾਹੇ ਉਹ ਅਮਰੀਕਾ ਕੰਟੀਨੈਂਟ ਤੋਂ ਹੈ, ਸਟੇਜਸ ਉਹ ਜਿਹੜੀਆਂ ਨੇ ਡਿਵੈਲਪਮੈਂਟ ਦੀਆਂ ਉਹੀ ਹੋਣਗੀਆਂ, ਉਸੇ ਤਰੀਕੇ ਦੇ ਨਾਲ ਹੀ ਜਿਹੜੀ ਉਹ ਡਿਵੈਲਪਮੈਂਟ ਜਿਹੜੀ ਉਹ ਚੱਲਦੀ ਹੈ। ਉਸ ਤੋਂ ਬਾਅਦ ਇੰਟਰ ਇੰਡੀਵਿਜੂਅਲ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਆਉਂਦਾ, ਡਿਫਰੈਂਟ ਚਿਲਡਰਨ ਡਿਵੈਲਪਸ ਐਟ ਡਿਫਰੈਂਟ ਰੇਟ। ਵੱਖਰੇ ਵੱਖਰੇ ਬੱਚਿਆਂ ਦੀ ਡਿਵੈਲਪਮੈਂਟ ਰੇਟ ਜਿਹੜੀ ਉਹ ਵੱਖਰੀ ਵੱਖਰੀ ਹੁੰਦੀ ਹੈ। ਇੰਟਰਾ ਇੰਡੀਵਿਜੂਅਲ ਦੀ ਗੱਲ ਕਰਦੇ ਹਾਂ ਤਾਂ ਹਰੇਕ ਬੱਚੇ ਦੇ ਉਸ ਦੇ ਜਿਹੜੇ ਡੋਮੇਨ ਨੇ ਨਾ ਉਹ ਵੀ ਵੱਖਰੇ ਵੱਖਰੇ ਤਰੀਕੇ ਨਾਲ ਡਿਵੈਲਪ ਹੁੰਦੇ ਨੇ। ਹੋ ਸਕਦਾ ਹੈ ਕੋਈ ਬੱਚਾ ਫਿਜ਼ੀਕਲੀ ਪਹਿਲਾਂ ਜ਼ਿਆਦਾ ਡਿਵੈਲਪ ਕਰ ਰਿਹਾ ਔਰ ਮੈਂਟਲੀ ਬਾਅਦ ਵਿੱਚ ਕਰ ਰਿਹਾ ਹੈ, ਠੀਕ ਹੈ, ਜਾਂ ਮੇ ਵੀ ਹੋ ਸਕਦਾ ਹੈ ਉਸਦੇ ਇਮੋਸ਼ਨਸ ਵਗੈਰਾ ਜਿਹੜੇ ਨੇ ਉਹ ਬੜੀ ਜਲਦੀ ਉਹਨੇ ਸਿੱਖ ਲਏ ਨੇ, ਲੇਕਿਨ ਉਹਨੂੰ ਲੈਂਗੁਏਜ ਜਿਹੜੀ ਉਹ ਸਿੱਖਣ ਦੇ ਵਿੱਚ ਟਾਈਮ ਲੱਗ ਰਿਹਾ ਹੈ। ਤਾਂ ਇਹ ਚੀਜ਼ਾਂ ਆਉਂਦੀਆਂ ਨੇ ਕਿ ਹਰ ਬੱਚੇ ਦੇ ਜਿਹੜੇ ਉਹਦੇ ਡੋਮੇਨ ਨੇ ਉਹ ਚਾਰੇ ਜਿਹੜੇ ਡੋਮੇਨ ਜਾਂ ਪੰਜੇ ਡੋਮੇਨ ਇੱਕੇ ਵਾਰ ਹੀ ਡਿਵੈਲਪ ਨਹੀਂ ਕਰਦੇ, ਉਹਨਾਂ ਦੀ ਡਿਵੈਲਪਮੈਂਟ ਦੇ ਵਿੱਚ ਵੀ ਡਿਫਰੈਂਸ਼ੀਏਟ ਜਿਹੜਾ ਉਹ ਰਹਿੰਦਾ ਹੈ। ਨਾਓ ਚੀਜ਼ ਇਹ ਆਉਂਦੀ ਹੈ ਕਿ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਡਿਵੈਲਪਮੈਂਟ ਦੇ ਬਾਰੇ ਜੋ ਆਪਾਂ ਪੜ੍ਹਦੇ ਹਾਂ ਇਹਨਾਂ ਦੀ ਇੰਪੋਰਟੈਂਸ ਕੀ ਹੈ ਜਾਂ ਸਾਨੂੰ ਇਹਨੂੰ ਸਮਝਣ ਦੀ ਜ਼ਰੂਰਤ ਕਿਉਂ ਹੈ। ਸਭ ਤੋਂ ਪਹਿਲਾਂ ਇਸ ਚੀਜ਼ ਲਈ ਸਾਨੂੰ ਜ਼ਰੂਰਤ ਹੈ ਕਿ ਅਸੀਂ ਇਹਦੇ ਨਾਲ ਅੰਡਰਸਟੈਂਡ ਕਰਦੇ ਹਾਂ ਆਪਣੇ ਬੱਚਿਆਂ ਨੂੰ, ਜਿਹੜੇ ਸਾਡੀ ਕਲਾਸ ਦੇ ਵਿੱਚ ਬੱਚੇ ਬੈਠੇ ਹੋਏ ਨੇ ਉਹਨਾਂ ਬੱਚਿਆਂ ਨੂੰ ਇੰਡੀਵਿਜੂਅਲੀ ਅਸੀਂ ਅੰਡਰਸਟੈਂਡ ਕਰਦੇ ਹਾਂ ਹਰੇਕ ਬੱਚੇ ਨੂੰ, ਰਾਈਟ। ਉਸ ਤੋਂ ਬਾਅਦ ਜਦੋਂ ਅਸੀਂ ਇਹ ਚੀਜ਼ ਸਮਝ ਜਾਂਦੇ ਹਾਂ ਤਾਂ ਉਹਦੇ ਅਕੋਰਡਿੰਗ ਅਸੀਂ ਆਪਣੇ ਲੈਸਨ ਪਲਾਨ ਕਰ ਸਕਦੇ ਹਾਂ ਕਿ ਉਸ ਬੱਚੇ ਨੂੰ ਅਸੀਂ ਕਿਵੇਂ ਸਿਖਾਉਣਾ ਹੈ। ਦੇਖੋ ਬਹੁਤ ਵਾਰ ਕੀ ਹੁੰਦਾ ਹੈ ਕਿ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਜੀ ਸਾਡੇ ਸਕੂਲ ਜਿਹੜੇ ਨੇ ਉਹਨਾਂ ਦੇ ਕੀ ਹਾਲਾਤ ਨੇ, ਔਰ ਅਗਰ ਅਸੀਂ ਪ੍ਰਾਈਵੇਟ ਇੰਸਟੀਟਿਊਸ਼ਨਸ ਦੀ ਗੱਲ ਕਰਦੇ ਹਾਂ ਤਾਂ ਉਹ ਵੀ ਬਹੁਤ ਜ਼ਿਆਦਾ, ਜਿੱਥੇ ਸਾਡੇ ਟੀਚਰਸ ਕਮਿਊਨਿਟੀ ਦੇ ਉੱਪਰ ਬਹੁਤ ਜ਼ਿਆਦਾ ਵਰਕਲੋਡ ਪਾਇਆ ਜਾਂਦਾ ਹੈ ਔਰ ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਹੈ ਟੀਚਰਸ ਤੋਂ। ਤਾਂ ਉੱਥੇ ਕੀ ਕੰਡੀਸ਼ਨ ਹੈ ਬੇਟੇ, ਉਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਕੋਲ ਇੰਨਾ ਟਾਈਮ ਨਹੀਂ ਬਚਦਾ ਕਿ ਤੁਸੀਂ ਇੰਡੀਵਿਜੂਅਲੀ ਹਰ ਬੱਚੇ ਦੇ ਉੱਪਰ ਜਿਹੜੀ ਉਹ ਟੈਨਸ਼ਨ ਦੇ ਸਕੋ, ਲੇਕਿਨ ਫਿਰ ਵੀ ਅਸੀਂ ਕੋਸ਼ਿਸ਼ ਇਹ ਕਰਨੀ ਹੈ ਕਿ ਉਹਦੇ ਵਿੱਚੋਂ ਵੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਉਹਨਾਂ ਬੱਚਿਆਂ ਦੇ ਵਾਂਗੂ ਉਹਨਾਂ ਦੇ ਲਈ ਜਿਹੜਾ ਟਾਈਮ ਕੱਢ ਸਕੀਏ। ਔਰ ਇੱਥੇ ਇਹ ਇਸ ਕਰਕੇ ਅਸੀਂ ਦੇਖਦੇ ਹਾਂ ਤਾਂ ਕਿ ਅਸੀਂ ਫਰਸਟ੍ਰੇਟਡ ਨਹੀਂ ਹੋ ਜਾਣਾ ਕਿ ਅਗਰ ਸਾਡੀ ਕੋਈ ਟੀਚਿੰਗ ਅਪਰੋਚ ਜਿਹੜੀ ਉਹ ਵਰਕ ਨਹੀਂ ਕਰ ਰਹੀ ਤਾਂ ਆਪਾਂ ਇਹ ਨਹੀਂ ਉਹਨੂੰ ਕਹਿਣਾ ਕਿ ਨਹੀਂ ਜਿਸ ਤਰ੍ਹਾਂ ਦੂਜੇ ਕਰ ਰਹੇ ਉਵੇਂ ਹੀ ਚੇਂਜ ਕਰੋ। ਐਕਚੁਅਲ 'ਚ ਦੇਖੋ ਬੇਟੇ ਐਜੂਕੇਸ਼ਨ ਕੀ ਹੈ, ਐਜੂਕੇਸ਼ਨ ਦੇ ਵਿੱਚ ਉਹ ਇੱਕ ਇੱਦਾਂ ਦਾ ਸਿਸਟਮ ਹੈ ਕਿ ਜਿਹਨੇ ਬੱਚੇ ਦੇ ਅਕੋਰਡਿੰਗ ਮੋਲਡ ਹੋਣਾ ਹੈ। ਇਹ ਨਹੀਂ ਹੈ ਕਿ ਬੱਚੇ ਨੂੰ ਤੁਸੀਂ ਲਓ ਔਰ ਉਹਨੂੰ ਕਹੋ ਕਿ ਜਿੱਦਾਂ ਦਾ ਸਿਸਟਮ ਹੈ ਉਹਦੇ ਅਕੋਰਡਿੰਗ ਤੁਸੀਂ ਚੇਂਜ ਹੋ। ਨੋ, ਦਿਸ ਇਜ਼ ਨਾਟ ਐਜੂਕੇਸ਼ਨ। ਐਜੂਕੇਸ਼ਨ ਦੇ ਵਿੱਚ ਬੇਟੇ ਕੀ ਚੀਜ਼ ਹੁੰਦੀ ਹੈ, ਬੱਚੇ ਦੇ ਅਕੋਰਡਿੰਗ ਸਿਸਟਮ ਨੂੰ ਮੋਲਡ ਕਰਨਾ ਪੈਂਦਾ ਹੈ, ਰਾਈਟ। ਬਟ ਅਨਫੋਰਚੂਨੇਟਲੀ ਅਸੀਂ ਜਾਣਦੇ ਹਾਂ ਕਿ ਅਸੀਂ ਪਹਿਲਾਂ ਟਰਾਈ ਕਰਦੇ ਹਾਂ, ਜ਼ਿਆਦਾਤਰ ਜਿਹੜੀ ਇਹੀ ਕੋਸ਼ਿਸ਼ ਕੀਤੀ ਜਾਂਦੀ ਕਿ ਬੱਚੇ ਨੂੰ ਉਹਦੇ ਵਿੱਚ ਜਿਹੜਾ ਹੈ ਸਿਸਟਮ 'ਚ ਕਨਵਰਟ ਕਰੋ, ਲੇਕਿਨ ਇਵੇਂ ਨਹੀਂ ਹੈ। ਉਸ ਤੋਂ ਬਾਅਦ ਕੀ ਹੈ ਕਿ ਜਿਹੜਾ ਲਰਨਰਸ ਨੇ ਸਾਡੇ ਸਟੂਡੈਂਟਸ ਨੇ ਉਹਨਾਂ ਨੂੰ ਅਸੀਂ ਟੈਗ ਨਹੀਂ ਕਰ ਦੇਣਾ ਕਿ ਇਹ ਬਈ ਇਹ ਸਲੋ ਲਰਨਰ ਹੈ ਐਂਡ ਇਹ ਜਿਹੜਾ ਬੜਾ ਜ਼ਿਆਦਾ ਫਾਸਟ ਲਰਨਰ ਹੈ, ਇਹ ਹੁਸ਼ਿਆਰ ਹੈ, ਇਹ ਨਲਾਇਕ ਹੈ। ਨੋ, ਇੱਦਾਂ ਨਾ ਕਰੋ। ਇਸ ਤਰ੍ਹਾਂ ਕਰਾਂਗੇ ਅਸੀਂ ਤਾਂ ਉਹਨਾਂ ਵਿਚਾਰਿਆਂ ਦੀ ਜਿਹੜੀਆਂ ਉਹ ਫੀਲਿੰਗਸ ਜਿਹੜੀਆਂ ਉਹ ਹਰਟ ਹੋ ਜਾਂਦੀਆਂ ਨੇ। ਸੋ ਇਸ ਤਰ੍ਹਾਂ ਨਹੀਂ ਕਰਨਾ। ਸਾਨੂੰ ਪਤਾ ਹੈ ਡਿਵੈਲਪਮੈਂਟ ਦਾ ਤੁਸੀਂ ਦੇਖ ਲਿਆ ਕਿ ਹਰ ਬੱਚੇ ਦੇ ਵਿੱਚ ਜਿਹੜਾ ਨਾ ਇਹ ਡਿਫਰੈਂਟ ਰੇਟ ਹੈ। ਕੋਈ ਬੱਚਾ ਪਹਿਲਾਂ ਗਰੋ ਕਰਦਾ ਹੈ, ਡਿਵੈਲਪ ਹੁੰਦਾ ਹੈ, ਕੋਈ ਬੱਚਾ ਲੇਟ ਡਿਵੈਲਪ ਹੁੰਦਾ ਹੈ। ਤਾਂ ਜਦੋਂ ਇਹ ਪ੍ਰਿੰਸੀਪਲ ਆਪਾਂ ਪੜ੍ਹ ਲਿਆ ਕਿ ਡਿਵੈਲਪਮੈਂਟ ਜਿਹੜੀ ਉਹ ਵਰੀ ਕਰਦੀ ਹੈ, ਤਾਂ ਸਾਨੂੰ ਪਤਾ ਚੱਲ ਗਿਆ ਕਿ ਜਿਹੜਾ ਬੱਚਾ ਲੇਟ ਸਿੱਖ ਰਿਹਾ ਉਸ ਦੀ ਡਿਵੈਲਪਮੈਂਟ ਹੌਲੀ ਚੱਲ ਰਹੀ ਹੈ, ਉਹ ਬਾਅਦ ਵਿੱਚ ਡਿਵੈਲਪ ਕਰ ਜਾਏਗਾ। ਤਾਂ ਆਪਾਂ ਉਹਨੂੰ ਇਹ ਨਹੀਂ ਟੈਗ ਕਰ ਦੇਣਾ ਕਿ ਇਹ ਇੱਕ ਸਲੋ ਲਰਨਰ ਹੈ। ਅਗਰ ਤੁਸੀਂ ਉਹਨੂੰ ਟੈਗ ਕਰ ਦਿੱਤਾ ਸਲੋ ਲਰਨਰ ਬੇਟੇ, ਤਾਂ ਉਹ ਹਮੇਸ਼ਾ ਲਈ ਸਲੋ ਲਰਨਰ ਬਣ ਜਾਏਗਾ, ਦੁਬਾਰਾ ਕਦੀ ਆਪਣੀ ਐਬਿਲਿਟੀਜ਼ ਨੂੰ ਯੂਜ਼ ਹੀ ਨਹੀਂ ਕਰੇਗਾ, ਰਾਈਟ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਲਈ ਜ਼ਰੂਰੀ ਨੇ, ਇਹਨਾਂ ਨੂੰ ਸਮਝ ਕੇ ਹੀ ਇਹ ਸਾਰੇ ਪ੍ਰੋਬਲਮਸ ਜਿਹੜੀਆਂ ਨੇ ਡਿਵੈਲਪਮੈਂਟ ਨੂੰ ਅਗਰ ਜਦੋਂ ਅਸੀਂ ਚੰਗੀ ਤਰ੍ਹਾਂ ਸਮਝ ਜਾਂਦੇ ਹਾਂ ਫਿਰ ਹੀ ਸਾਨੂੰ ਇਹਨਾਂ ਦੇ ਬਾਰੇ ਪਤਾ ਚੱਲਦਾ ਹੈ। ਸੋ ਇਟਸ ਆਲ ਅਬਾਊਟ ਦਾ ਟੋਪਿਕ। ਇਹਦੇ ਵਿੱਚੋਂ ਜਿਹੜੀਆਂ ਦਿੱਕਤਾਂ ਨੇ ਤੁਹਾਨੂੰ ਇਹਦੇ ਬਾਰੇ ਕੁਐਸਚਨਸ ਵਗੈਰਾ ਜਿਹੜੇ ਨੇ ਉਹ ਤੁਹਾਨੂੰ ਦਵਾਂਗਾ, ਫਿਰ ਤੁਸੀਂ ਇਹਨੂੰ ਕੁਐਸਚਨਸ ਨੂੰ ਕਰੋਗੇ ਤਾਂ ਇਹ ਹੋਰ ਤਰੀਕਾ ਜਿਹੜੇ ਨਾਲ ਜਿਹੜਾ ਵਧੀਆ ਤੁਸੀਂ ਜਾਂਚ ਦੇ ਨਾਲ ਜਿਹੜਾ ਸਿੱਖ ਜਾਓਗੇ। ਐਕਚੁਅਲੀ ਆਪਣੀਆਂ ਮਿਨੀਮਮ ਜਿਹੜੀਆਂ 4 ਜਿਹੜੀਆਂ ਨੇ ਉਹ ਕਲਾਸਾਂ ਹੋਰ ਮਤਲਬ ਵੀਡੀਓਜ਼ ਇਸੇ ਟੌਪਿਕ 'ਤੇ ਬਣਨੀਆਂ, ਜਿਹਦੇ ਵਿੱਚ ਤੁਹਾਡੇ ਕੋਲ ਇਹ ਜਿਹੜੇ ਪ੍ਰਿੰਸੀਪਲ ਆਪਾਂ ਡਿਸਕਸ ਕੀਤੇ ਨੇ ਡਿਵੈਲਪਮੈਂਟ ਦੇ, ਉਹ ਕੱਲਾ ਪ੍ਰਿੰਸੀਪਲ ਜਿਹੜਾ ਹੈ ਆਪਾਂ ਦੁਬਾਰਾ ਇੱਕ ਵਾਰ ਉੱਥੇ ਡਿਟੇਲ ਦੇ ਵਿੱਚ ਕਰਾਂਗੇ। ਤਾਂ ਉਹਦੇ ਨਾਲ ਤੁਹਾਡੇ ਨਾਲ ਹੀ ਕੁਝ ਕੁਐਸਚਨ ਪ੍ਰੈਕਟਿਸ ਵੀ ਹੋਏਗੀ, ਜਿਹਦੇ ਨਾਲ ਤੁਸੀਂ ਚੰਗੀ ਤਰ੍ਹਾਂ ਨਾਲ ਉਹਨਾਂ ਚੀਜ਼ਾਂ ਨੂੰ ਸਿੱਖ ਪਾਓਗੇ। ਫਿਰ ਆਪਾਂ ਸੋਸ਼ਲਾਈਜੇਸ਼ਨ ਕੀ ਹੁੰਦੀ ਹੈ ਉਹ ਵੀ ਚੀਜ਼ਾਂ ਇਹਦੇ ਵਿੱਚ ਹੀ ਕਰਾਂਗੇ, ਠੀਕ ਹੈ। ਸੋ ਮਿਲਦੇ ਹਾਂ ਬੇਟੇ ਨੈਕਸਟ ਕਲਾਸ ਦੇ ਵਿੱਚ। ਸਟੇ ਸੇਫ, ਸਟੇ ਹੋਮ, ਥੈਂਕ ਯੂ।